ਪੰਜਾਬ ਯੂਨੀਵਰਸਿਟੀ ਦੇ ਵਿੱਚ ਚੋਣ ਹੋਣ ਜਾ ਰਹੇ ਨੇ 6 ਤਰੀਕ ਨੂੰ ਵੋਟਾਂ ਪੈਣਗੀਆਂ ਲੇਕਿਨ ਉਸ ਤੋਂ ਪਹਿਲਾਂ ਕੈਂਡੀਡੇਟ ਅਨਾਉਂਸ ਹੋ ਚੁੱਕੇ ਨੇ ਆਪਣੇ ਆਪਣੇ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ। ਮਸਲੇ ਕਿਹੜੇ ਨੇ ਪੰਜਾਬ ਯੂਨੀਵਰਸਿਟੀ ਦੇ ਕਿਉਂਕਿ ਸਟੂਡੈਂਟਾਂ ਦਾ ਮਸਲਾ ਹੈ ਔਰ ਸਟੂਡੈਂਟਾਂ ਦੇ ਕਾਫੀ ਮਸਲੇ ਨੇ। ਇਸ ਯੂਨੀਵਰਸਿਟੀ ਦੇ ਵਿੱਚ ਧਰਨੇ ਵੀ ਲੱਗਦੇ ਨੇ, ਪ੍ਰਦਰਸ਼ਨ ਵੀ ਹੁੰਦੇ ਨੇ ਔਰ ਇਹ ਸਟੂਡੈਂਟ ਯੂਨੀਅਨਾਂ ਉਹਨਾਂ ਧਰਨਿਆਂ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਿਲ ਵੀ ਹੁੰਦੀ ਹੈ। ਜਿਹੜਾ ਪ੍ਰਧਾਨ ਬਣਦਾ ਉਹ ਇੱਕ ਪ੍ਰੈਸ਼ਰ ਪਾਰਟੀ ਦਾ ਰੋਲ ਨਿਭਾਉਂਦਾ ਹੈ ਕਿ ਜੇਕਰ ਯੂਨੀਵਰਸਿਟੀ ਦੇ ਵਿੱਚ ਕਿਸੇ ਵੀ ਮਸਲਾ ਜੋ ਕਿ ਸਟੂਡੈਂਟ ਦੇ ਖਿਲਾਫ ਹੋਵੇ ਉਸ ਦੇ ਖਿਲਾਫ ਪ੍ਰੈਸ਼ਰ ਪਾਰਟੀ ਜਿਹੜੀ ਆ ਉਹ ਕਿਤੇ ਨਾ ਕਿਤੇ ਜਿਹੜੇ ਸਟੂਡੈਂਟ ਨੇ ਉਹ ਚੁਣ ਕੇ ਜਿਹੜੇ ਨੇ ਉਹ ਭੇਜਦੇ ਨੇ। 15,000 ਤੋਂ ਵੱਧ ਵੋਟਾਂ ਨੇ ਔਰ 6 ਤਰੀਕ ਨੂੰ ਚੋਣ ਹੋਣ ਜਾ ਰਹੇ ਨੇ। ਵੱਖ-ਵੱਖ ਪਾਰਟੀਆਂ ਨੇ ਮੈਦਾਨ ਦੇ ਵਿੱਚ ਔਰ ਆਪਣੇ ਮੈਨੀਫੈਸਟੋ ਦੇ ਤੌਰ ਤੇ ਕਹੀਏ ਜਾਂ ਪ੍ਰੈਸ਼ਰ ਪਾਰਟੀ ਦੇ ਤੌਰ ਤੇ ਕਿਵੇਂ ਕੰਮ ਕਰਨਾ ਸਟੂਡੈਂਟਾਂ ਦੇ ਲਈ ਉਹ ਉਸ ਦੀ ਤਿਆਰੀਆਂ ਕਰਕੇ ਔਰ ਸਟੂਡੈਂਟਾਂ ਦੇ ਵਿੱਚ ਜਾ ਰਹੇ ਨੇਗੇ। ਅੱਜ ਮੇਰੇ ਨਾਲ ਸਟੂਡੈਂਟ ਯੂਨੀਅਨਾਂ ਮੌਜੂਦ ਨੇ, ਮਸਲੇ ਦੀ ਗੱਲ ਕਰਾਂਗੇ, ਕੰਮ ਕੀਤੇ ਕੀ ਨੇ ਉਸ ਦਾ ਵੀ ਜ਼ਿਕਰ ਕਰਾਂਗੇ ਕਿਉਂਕਿ CYSS ਨੇ ਪਿਛਲੀ ਵਾਰ ਮੋਰਚਾ ਮਾਰਿਆ ਸੀ। ਇਸ ਵਾਰ ਤਿਆਰੀ ਕੀ ਹੈਗੀ ਹੈ? ਮੇਰੇ ਨਾਲ CYSS ਦੇ ਜਿਹੜੇ ਨੇ ਉਹ ਮੌਜੂਦ ਨੇਗੇ ਔਰ ABVP ਤੋਂ ਪਾਰਟੀ ਤੋਂ ਮੌਜੂਦ ਨੇ, SOI ਪਾਰਟੀ ਤੋਂ ਮੌਜੂਦ ਨੇਗੇ। तमाम ਚਰਚਾ ਕਰਾਂਗੇ ਇਹਨਾਂ ਦੇ ਨਾਲ ਕਿ ਯੂਨੀਵਰਸਿਟੀ ਦੇ ਵਿੱਚ ਮਸਲੇ ਕਿਹੜੇ ਸੀਗੇ, ਕਿਹੜੇ ਮਸਲਿਆਂ ਨੂੰ ਲੈ ਕੇ CYSS ਪਿਛਲੀ ਵਾਰ 3 ਸਾਲ ਬਾਅਦ ਪ੍ਰਧਾਨ ਬਣੇ ਸੀ, ਪਹਿਲੀ ਵਾਰ ਮੈਦਾਨ ਦੇ ਵਿੱਚ ਆਏ ਸੀ ਔਰ ਪਹਿਲੀ ਵਾਰ ਹੀ ਬਾਜੀ ਮਾਰ ਗਏ ਸੀਗੇ। CYSS ਤੋਂ ਮੇਰੇ ਨਾਲ ਮੌਜੂਦ ਨੇਗੇ। ਪਹਿਲੀ ਵਾਰ ਆਏ ਸੀ, ਪਹਿਲੀ ਵਾਰ ਬਾਜੀ ਮਾਰ ਲਈ, ਕੰਮ ਕੀ ਕੀਤਾ ਸਾਲ 'ਚ? ਦੇਖੋ ਜੀ ਇੰਨੇ ਸਾਰੇ ਕੰਮ ਹੈ, ਜੇ ਮੈਂ ਗਿਣਾਉਣ ਲੱਗ ਜੂਗਾ ਸ਼ਾਮ ਪੈ ਜਾਣੀ ਜੀ। ਅਸੀਂ 95% ਆਪਣਾ ਜਿਹੜਾ ਮੈਮੋਰੈਂਡਮ ਆ ਉਹ ਪੂਰਾ ਕੀਤਾ ਜੀ। ਜਿਹੜਾ ਅਸੀਂ ਪਿਛਲੇ ਵਾਰੀ ਮੈਨੀਫੈਸਟੋ ਬਣਾਇਆ ਸੀ ਉਹ ਅਸੀਂ 95% ਪੂਰਾ ਕਰ ਗਏ। ਚਾਹੇ ਉਹ 'ਚ UIT ਦੇ ਮੁੱਦੇ ਸੀ, ਚਾਹੇ ਸਟੂਡੈਂਟ ਸੈਕਟਰ ਦੇ ਮੁੱਦੇ ਸੀ, ਚਾਹੇ ਹੋਸਟਲਾਂ ਦੇ ਮੁੱਦੇ ਸੀ, ਉਹ ਸਾਰੇ ਸੋਲਵ ਹੋ ਚੁੱਕੇ ਜੀ। ਬੱਚਿਆਂ ਨੂੰ ਅਸੀਂ ਵਿਦ ਪ੍ਰੂਫ ਆਪਣੀ ਐਨੂਅਲ ਰਿਪੋਰਟ ਨਾਲ ਲੈ ਕੇ ਜਾ ਰਹੇ ਹਾਂ ਜਿਹੜੀ ਕਿ ਇਹ ਸਾਬਤ ਕਰਦੀ ਕਿ ਅਸੀਂ ਸਾਰਾ ਸਾਲ ਕੰਮ ਕੀਤਾ। ਆਯੂਸ਼ ਖਟਕਰ ਪ੍ਰਧਾਨ ਜਿਹੜਾ ਸਾਡਾ ਰਿਹਾ ਪਿਛਲੀ ਵਾਰੀ, ਉਹਦੇ ਨਾਮ ਦੀ ਲੈਟਰ ਇਸ਼ੂ ਹੋਈ ਹੈ। ਜਿੰਨੇ ਕੰਮ ਕਹੇ ਸੀ ਅਸੀਂ ਆਪਣੇ ਮੈਨੀਫੈਸਟੋ 'ਚ ਲਿਖੇ ਸੀ ਉਹ ਪੂਰੇ ਕੀਤੇ ਆ ਜੀ। ਕਹਿੰਦੇ ਕੰਮ ਕੀਤੇ, ਮੈਨੀਫੈਸਟੋ ਹੱਥ ਦੇ ਵਿੱਚ ਲੈ ਕੇ ਆਏ ਨੇ, ਕਹਿੰਦੇ ਸਾਰਾ कुछ है, नोटिफिकेशन भी दबाती। ABVP की देखता? देखिए इन ये कह रहे हैं हमने सब काम किया, इन्होंने बहुत काम किया, इन्होंने काम किया। इनके लीडर जो यूनिवर्सिटी के थे वो गुजरात में जाके काम करते रहे, वो हिमाचल प्रदेश में जाके काम करते रहे और इनका CYSS का जो प्रेसिडेंट था वो हरियाणा में जाके काम करता रहा। लेकिन यूनिवर्सिटी के स्टूडेंट्स के बीच में इन्होंने क्या काम किया इनसे ये पूछिए। ये हर जगह क्रेडिट लेने के लिए पहुँच जाते हैं, हमने ये किया, हमने वो किया, हमने हॉस्टल्स के काम किया, हमने ये किया। आज काम किया तो क्रेडिट तो लेगा ना। काम किया ही नहीं है, काम किया ही नहीं है। मैं आपको सिचुएशन बता देता हूँ आज के टाइम पे सिचुएशन क्या है। गर्ल्स हॉस्टल्स में गर्ल्स हॉस्टल्स के अंदर पानी की समस्या आज भी है, बॉयज हॉस्टल के अंदर जिम की समस्या आज भी है, आप यूनिवर्सिटी के अंदर पीआई की समस्या आज भी है। SOI ਤੋਂ ਲੈ ਲਾਂ, ਉਸ ਤੋਂ ਬਾਅਦ ਮੈਂ ਤੁਹਾਡੇ ਕੋਲ ਵੀ ਆਉਣਾ ਹੈ। SOI ਕੀ ਵੇਖਦੀ ਹੈ? 95% ਕੰਮ ਕੀਤਾ, ਕਹਿੰਦੇ ਨੋਟੀਫਿਕੇਸ਼ਨ ਹੱਥ ਦੇ ਵਿੱਚ ਆ, ਪੋਸਟਰ ਹੱਥ ਦੇ ਵਿੱਚ ਲੈ ਕੇ ਆਏ ਨੇ। ਕੀ ਵੇਖਦੀ ਹੈ SOI? ਵੇਖੋ ਜੀ, ਦਾਅਵੇ ਤੇ ਹਕੀਕਤ ਦੇ ਵਿੱਚ ਬੜਾ ਵੱਡਾ ਫਰਕ ਹੁੰਦਾ ਹੈ। ਆਮ ਆਦਮੀ ਪਾਰਟੀ ਹੈ, ਉਹਦੀ ਜਥੇਬੰਦੀ CYSS ਹੈ, ਜਿਵੇਂ ਇਹਨਾਂ ਦੇ ਆਕਾ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਝੂਠੇ ਦਾਅਵੇ ਕਰਕੇ ਕੰਮਾਂ ਦੇ ਤੇ 51 ਤੁਹਾਨੂੰ ਤੁਹਾਡੇ ਦਾ ਜਵਾਬ ਲੈ ਲੂੰਗਾ, 2 ਮਿੰਟ ਦੇ ਦਿਓ ਮੈਨੂੰ, ਇਹਦਾ ਪੁੱਛ ਲਿਆ। ਜਿਵੇਂ ਆ 1.5 ਸਾਲ ਦੇ ਵਿੱਚ ਜੇ ਯੂ ਟਰਨ ਦਾ ਰਿਕਾਰਡ ਕੱਢੀ ਨਾ ਵੀ ਆਪਦੀ ਗੱਲ ਲਾਗੂ ਕਰਨ ਵਾਸਤੇ ਦਾਅਵਾ ਕਰਤਾ, ਉਹਨੂੰ ਹਕੀਕਤ 'ਚ ਬਦਲਣ ਵਾਸਤੇ ਤੇ 51 ਯੂ ਟਰਨ ਲੈਣੇ ਪਏ। ਨੋਟੀਫਿਕੇਸ਼ਨ ਲੈ ਕੇ ਆਏ ਨਾਲ, ਕੋਈ ਝੂਠ ਤੇ ਬੋਲ ਨਹੀਂ ਰਹੇ। ਨੋਟੀਫਿਕੇਸ਼ਨ ਕਦੋਂ ਆਈ ਹੈ? ਨੋਟੀਫਿਕੇਸ਼ਨ ਦਾ ਸਵਾਦ ਉਦੋਂ ਸੀ ਹੋਸਟਲ ਬਣਨ ਦਾ ਜਦੋਂ ਕੌਂਸਲ ਦੇ ਵਿੱਚ ਵੱਡੀ ਗੱਲ ਕਹਿ ਗਏ, ਬੜੀ ਵੱਡੀ ਗੱਲ ਕਹਿ ਰਹੇ ਨੇ। ਪਾਰਟੀ ਇਲੈਕਸ਼ਨ ਨਹੀਂ ਲੜੂਗੀ, ਇੱਕ ਨੋਟੀਫਿਕੇਸ਼ਨ ਇਹ ਕਹਿ ਦੇਣ ਗਲਤ ਆ, ਝੂਠਾ ਵਾ। ਪਾਰਟੀ ਇਲੈਕਸ਼ਨ ਸਾਲ ਬਾਅਦ ਨੋਟੀਫਿਕੇਸ਼ਨ, 1 ਸਾਲ ਬਾਅਦ ਨੋਟੀਫਿਕੇਸ਼ਨ ਆਈ ਆ। 1 ਸਾਲ ਕਾਉਂਸਲ 'ਚ ਰਹੇ, ਉਦੋਂ ਕੀ ਕੀਤਾ ਦੱਸੋ? 1 ਸਾਲ ਜੇ 5 ਸਾਲ 'ਚ ਹੋਸਟਲ ਇਹ ਕੁੱਲ ਮਿਲਾ ਕੇ ਦੱਸ ਦਿਓ। ਹੋਸਟਲਾਂ ਦਾ ਮਸਲਾ ਹੱਲ ਹੋ ਗਿਆ ਪਿਛਲੀ ਵਾਰ, ਜਿਹੜੇ ਮਸਲਿਆਂ ਨੂੰ ਲੈ ਕੇ, ਬਿਊਟੀਫਿਕੇਸ਼ਨ ਨੂੰ ਲੈ ਕੇ। ਬਿਲਕੁਲ ਜੀ, ਆਹ ਵੇਖੋ ਜੀ, ਇਹ 2 ਲੈਟਰਾਂ ਪੰਜਾਬ ਸਰਕਾਰ ਵੱਲੋਂ ਇਸ਼ੂ ਹੋਈਆਂ ਨੇ। ਇਹਦੇ ਵਿੱਚ ਤੁਸੀਂ ਪੜ੍ਹ ਸਕਦੇ, ਮੈਂ ਨੇੜੇ ਕਰਕੇ ਵਿਖਾ ਦੇਣਾ ਤੁਹਾਨੂੰ, ਸੌਫਟ ਕਾਪੀ ਦੇ। ਕਹਿੰਦੇ ਰੇਵੜੀਆਂ ਵੀ ਬਣਦੇ ਨੇ ਚੋਣਾਂ ਤੋਂ ਪਹਿਲਾਂ ਜਿਹੜੇ ਨੇੜੇ ਬਿਲਕੁਲ ਚੋਣ ਆਏ ਤੇ ਰੇਵੜੀਆਂ। ਕੋਈ ਲੈਟਰ ਝੂਠੀ ਨਹੀਂ ਹੁੰਦੀ, ਪੰਜਾਬ ਸਰਕਾਰ ਨੇ ਦਿੱਤੀ ਆ, ਪੈਸੇ 2.5 ਕਰੋੜ ਪਹੁੰਚਾਤਾ, ਬਾਕੀ ਰਹਿੰਦਾ ਕੰਮ ਸ਼ੁਰੂ ਹੋ ਜਾਊਗਾ। ਟਾਈਮ ਲੱਗਦਾ ਹਰ ਇੱਕ ਚੀਜ਼ ਨੂੰ, ਕਿਉਂਕਿ ਸਾਲ ਲੱਗ ਗਿਆ ਸਾਲ ਲੱਗਦਾ ਜੀ। ਉਹਦਾ ਰੀਜ਼ਨ ਦੱਸ ਦਿੰਨਾ, ਚੋਣਾਂ ਨੇੜੇ ਆ ਜਾਣ ਤੇ ਉਹਨੂੰ ਅਲਾਉ ਕਰਨਾ ਸਰ। ਉਹਦੇ ਵਿੱਚ ਕੱਲੀ नहीं 2.5 करोड़ नाले मिनट दसो। मैं इनका पिछले 1 साल का मैनिफेस्टो यहाँ पर खोल के बैठा हूँ। एक सेकंड, ये कह रहे हैं 95%। इसके बीच में 18 पॉइंट है। 18 के 18 पॉइंट में अब मैं बताता हूँ इनके कौन कौन से पॉइंट है जो कंप्लीट नहीं है। ठीक है, एक सेकंड, मैं एनुअल रिपोर्ट दूंगा, वो भी खोल के दूंगा आपको।
ਇੱਕ ਵਾਰੀ ਵੀ ਨਹੀਂ ਜਿੱਤੀ, ਇੱਕ ਵਾਰੀ ਵੀ ਨਹੀਂ ਜਿੱਤੀ। वही तो कह रहे हैं, एक बारी भी मौका नहीं ही जीती। मांग रहे हैं, वो एक मौका जब वो मिलेगा और वो काम ਅਗਲੇ ਮੌਕਾ ਮੇਰੀ ਆਪਾਂ ਜਾਬਤੇ ਤੇ ਰਹਿ ਕੇ ਗੱਲ ਕਰੀਏ, ਮੁੱਦੇ ਦੀ ਗੱਲ ਕਰੀਏ। ਤੁਸੀਂ ਕਹਿੰਦੇ ਹੋ 95% ਮੈਨੀਫੈਸਟੋ ਪੂਰਾ ਕਰਤਾ, ਇਸ ਵਾਰ ਦਾ ਮਕਸਦ ਕੀ ਹੈਗਾ ਜੇ 95% ਪੂਰਾ ਹੋ ਗਿਆ? ਬਿਲਕੁਲ ਜੀ, ਬਹੁਤ ਸਾਰੇ ਮੁੱਦੇ ਹੋਰ ਰਹਿ ਗਏ ਆ ਜੀ। ਜਿੱਦਾਂ ਅਸੀਂ ਉੱਥੇ ਜਿਹੜਾ ਇਹ ਜਿੱਥੇ ਆਪਣੀ UPSC ਦੀ ਤਿਆਰੀ ਕਰਾਉਂਦੇ ਆ ਜੀ, ਉਹ ਪੇਡ ਆ। ਅਸੀਂ ਉਹ ਚਾਹੁੰਦੇ ਆ ਕਿ ਇਸ ਵਾਰੀ ਉਹਨੂੰ ਫ੍ਰੀ ਕਰਾ ਦਈਏ। ਕੁੜੀਆਂ ਦੇ ਹੋਸਟਲ ਦੇ ਮੁੱਦੇ ਆ, ਪਾਣੀ ਦੇ ਮੁੱਦੇ ਦੀ ਇਹਨਾਂ ਗੱਲ ਕੀਤੀ ਹੈਗੀ, ਪ੍ਰੋਬਲਮ ਸੋਲਵ ਕਰਾਂਗੇ। ਇਹ ਜਿਹੜਾ ਸਾਫਟ ਕੈਂਪਸ ਹੈ ਦੀ ਕਨੈਕਟੀਵਿਟੀ ਨਹੀਂ ਹੈਗੀ, ਉਹ ਮੁੱਦਾ ਸਾਡੇ ਦੇ ਵਿੱਚ ਆ, ਸੋਲਵ ਕਰਕੇ ਦੇਵਾਂਗੇ। PhD ਸਕੋਲਰਾਂ ਦੇ ਮੁੱਦੇ ਆ। ਵੇਖੋ ਯੂਨੀਵਰਸਿਟੀ ਬਹੁਤ ਵੱਡੀ ਆ, ਯੂਨੀਵਰਸਿਟੀ ਕੋਲ ਫਾਈਨਾਂਸ ਦੀ ਪ੍ਰੋਬਲਮ ਹੈ, ਸਾਰੀਆਂ ਚੀਜ਼ਾਂ ਵਾ। ਅਸੀਂ ਸਪੋਰਟ ਕਰ ਰਹੇ ਆ, ਪੰਜਾਬ ਸਰਕਾਰ ਸਪੋਰਟ ਕਰ ਰਹੀ ਆ। ਸੈਂਟਰ ਤੋਂ ਜਿੱਤੋਂ ਚਾਹੀਦਾ ਅਸੀਂ ਆਪਣੀ ਪੂਰੀ ਜ਼ਿੰਦਗੀ ਇਹ ਤੇ ਨਹੀਂ ਕਹਿੰਦੇ ਕਿ ਸਰਕਾਰ ਸਾਡੀ ਹੈ ਤੇ ਪਾਰਟੀ ਵੀ ਸਾਡੀ, ਲਿਆਓ ਅਸੀਂ ਫੰਡ ਲਿਆਵਾਂਗੇ। ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ। ਬੱਚਿਆਂ ਨੇ ਸਾਡੇ ਤੇ ਮਾਣ ਕੀਤਾ, ਸਾਨੂੰ ਜਿਤਾਇਆ। 18 पॉइंट की बात कर रहा था मैं इनके मैनिफेस्टो में, जिसमें से लगभग 11 पॉइंट ऐसे हैं जिनके ऊपर इन्होंने कोई काम नहीं किया हुआ। मैं बताता हूँ, इन्होंने बात की सिक्योरिटी, इन्होंने बात की सिक्योरिटी, ਤੁਹਾਡੇ ਕੋਲ ਹੀ ਆਵਾਂਗੇ, ਤੁਹਾਡੀ ਹੋਈ ਹੈ। स्ट्रेंथनिंग द सिक्योरिटी सिस्टम। यूनिवर्सिटी में जिस टाइम पे CYSS काउंसिल में है, यूनिवर्सिटी में सबसे ज्यादा चोरी की घटनाएं, लड़कियों के खिलाफ जो ईव टीजिंग की घटनाएं थी, सबसे ज्यादा इनके टेन्योर में बढ़ी। जिस टाइम पे कैंपस प्लेसमेंट सेल की बात है, कोई इन्होंने काम नहीं किया। सॉफ्ट स्किल लैब की बात है, कोई काम नहीं हुआ उस चीज के ऊपर। ਪ੍ਰਧਾਨ ਜਾਂਦਾ ਰਿਹਾ ਜਿੱਥੇ ਲੋੜ। प्रधान इनका गया जी, गुजरात गया, बिल्कुल गया, हरियाणा गया, बिल्कुल गया, हिमाचल गया, कैंपेनिंग करने हर जगह गया। कहाँ ਪ੍ਰਧਾਨ ਯੂਨੀਵਰਸਿਟੀ ਦਾ ਸੀਗਾ ਜਾਂ ਗੁਜਰਾਤ ਦਾ? बताओ यार, ये ਮੈਂ ਆਨਸਰ ਦੇ ਦਿੰਦਾ। ਬਿਲਕੁਲ ਜੀ, ਇੱਥੇ ਰਿਹਾ ਜੀ। ਅਗਰ ਪ੍ਰਧਾਨ ਬੜੀ ਗੱਲ ਕਹਿੰਦੇ ਪ੍ਰਧਾਨ ਨਹੀਂ ਲੱਭਿਆ ਸਾਲ ਦੇ ਵਿੱਚ। ਸਰ ਆਹ ਚੀਜ਼ਾਂ ਮੈਂ ਤਾਂ ਕਹਿ ਰਿਹਾ, ਆਯੁਸ਼ ਖਟਕਰ ਦਾ ਨਾਮ ਇਹਦੇ ਵਿੱਚ ਲਿਖਿਆ। ਜੇ ਪ੍ਰਧਾਨ ਰਿਹਾ ਹੀ ਨਹੀਂ ਯੂਨੀਵਰਸਿਟੀ 'ਚ ਤੇ ਕੰਮ ਕਿੱਦਾਂ ਹੋਗੇ? ਪ੍ਰਧਾਨ ਰਿਹਾ ਤੇ ਕੰਮ ਹੋਏ ਨਾ। ਅਫੀਸ਼ੀਅਲ ਸਾਈਨ ਉਹਦੇ ਚੱਲਦੇ ਸੀ ਨਾ ਪ੍ਰਧਾਨ ਦੇ। ਸਾਰਾ ਸਾਲ ਉਹਨੇ ਰਹਿ ਕੇ ਕੰਮ ਕੀਤੇ ਆ ਜੀ। ਆ ਤੁਹਾਡੇ ਸਾਹਮਣੇ ਆ। ਮੈਂ ਤਾਂ ਕਹਿੰਦਾ ਇਹਨੂੰ ਝੂਠਾ ਸਾਬਤ ਕਰ ਦਿਓ, ਪਾਰਟੀ ਇਲੈਕਸ਼ਨ ਨਹੀਂ ਲੜੂਗੀ। ਬੜੀ ਵੱਡੀ ਗੱਲ ਹੈਗੀ ਹੈ ਜੋ ਪਾਰਟੀ। ਵੇਖੋ ਇੱਕ ਮਿੰਟ, ਇਹਨਾਂ ਦੇ बार झूठ बोलते रहे, अभी भी झूठ बोलते रहेंगे, फिर जाके इलेक्शन ਇੱਕ ਮਿੰਟ ਯਾਰ, ਇੱਕ ਮਿੰਟ ਵੇਖੋ ਜੀ, ਇੱਕ ਮਿੰਟ ਯਾਰ ਚਾਹੇ ਸਾਹਿਬ ਆਪ ਲੈ ਲਈਏ 2 ਮਿੰਟ ਰੁਕ ਜਾਓ। ਬਿਲਕੁਲ ਐਜੂਕੇਸ਼ਨ ਨੂੰ ਲੈ ਕੇ ਇਹਨਾਂ ਦੀ ਜਥੇਬੰਦੀ ਜਾਂ ਇਹਨਾਂ ਦੀ ਸਰਕਾਰ ਕਿੰਨੀ ਕੁ ਸਤਰਕ ਹੈ, ਮੈਂ ਬਿਲਕੁਲ ਫੈਕਚੁਅਲੀ ਗੱਲ ਕਰਾਂਗਾ। ਤੁਸੀਂ ਤੁਹਾਡੇ ਮੀਡੀਆ ਦੇ ਸਾਹਮਣੇ ਝੂਠੀ ਸਾਬਤ ਕਰਕੇ ਵਿਖਾ ਦੇਣ। ਸਿੱਖਿਆ ਦੇ ਨਾਂ ਤੇ ਬੜੇ ਵੱਡੇ ਦਾਅਵੇ ਕੀਤੇ ਆ। ਪੰਜਾਬ ਯੂਨੀਵਰਸਿਟੀ ਦੀ ਸਭ ਤੋਂ ਪੰਜਾਬ ਗੱਲ ਕਰ ਲੈਂਦੋ ਪੂਰੀ। ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸਭ ਤੋਂ ਸੁਪਰੀਮ ਬਾਡੀ ਹੈ ਨਾ ਜੀ, ਯੂਨੀਵਰਸਿਟੀ ਨੂੰ ਚਲਾਉਣ ਵਾਲੀ ਸੈਨੇਟ ਤੇ ਸਿੰਡੀਕੇਟ। 1.25 ਸਾਲ ਇਹਨਾਂ ਦੀ ਸਰਕਾਰ ਦਾ ਟਾਈਮ ਨਹੀਂ ਲੱਗਾ ਜਿਹੜੇ ਡਾਇਰੈਕਟ ਨੋਮੀਨੇਟਡ ਮੈਂਬਰ ਭੇਜਣੇ ਹੁੰਦੇ ਆ ਜਦੋਂ ਪਾਲਿਸੀਆਂ ਬਣਦੀਆਂ ਬਹਿ ਕੇ ਦਫ਼ਤਰਾਂ ਦੇ ਵਿੱਚ। 1.5 ਸਾਲ ਬਾਅਦ ਆਏ। ਮੇਰੇ ਨਾਲ ਇਸ ਗੱਲ ਦੀ ਮੇਰੇ ਨਾਲ ਜਿੱਥੇ ਮਰਜ਼ੀ ਸ਼ਰਤ ਲਾ, ਮੈਂ ਨਾ ਜਿੱਥੇ ਇੱਕ ਗੱਲ ਦੱਸ ਦਿਓ ਚਲੋ ਨਵੀਂ ਪਾਰਟੀ ਸੀ ਪਿਛਲੀ ਵਾਰ ਮੋਰਚਾ ਮਾਰ ਗਈ। ਮੇਰੀ ਗੱਲ ਸੁਣ ਲਓ ਪਹਿਲਾਂ, ਮੇਰਾ ਸਵਾਲ ਤੇ ਲੈ ਲਓ। ਪਿਛਲੀ ਵਾਰ ਮੋਰਚਾ ਮਾਰ ਗਈ, ਪਹਿਲੀ ਵਾਰ ਆਈ ਸੀ। ਪੁਰਾਣਿਆਂ ਤੋਂ ਵਿਸ਼ਵਾਸ ਕਿਉਂ ਉੱਠ ਗਿਆ ਸੀਗਾ ਜਿਹੜਾ ਇਸ ਵਾਰ ਫਿਰ ਨਵੀਂ ਲੈ ਕੇ ਆਏ ਸੀ? ਪੁਰਾਣਿਆਂ ਤੋਂ ਵਿਸ਼ਵਾਸ ਬਿਲਕੁਲ ਨਹੀਂ ਉੱਠਿਆ ਸੀ। ਉਹਦੇ ਪਿੱਛੇ ਬੜਾ ਵੱਡਾ ਰੀਜ਼ਨ ਸੀ। ਉੱਥੇ ਗਨ ਕਲਚਰ, ਪਿਛਲੇ ਇਲੈਕਸ਼ਨ ਦੇ ਵਿੱਚ VIP ਕਲਚਰ, पैसा तामा जामा सारियां चीज़ां सारियां पार्टियां से खलोतियां। इलेक्शन को अगर आप स्टूडेंट इलेक्शन को पॉलिटिकल इलेक्शन बनाओगे, आप अपने साथ MLA की ड्यूटी यहाँ पे लगाओगे, आप अपने कैबिनेट मिनिस्टर को यूनिवर्सिटी के अंदर लेके आओगे, तो आप मुझे ये चीज बता दीजिए, ये यूनिवर्सिटी का इलेक्शन ਜਿੱਤਣ ਤੋਂ ਬਾਅਦ ਆਉਂਦੇ ਆ ਜਦੋਂ ਵੀ ਆਉਂਦੇ ਆ। इतना जवाब दे दीजिए अगर ये इस चीज का जवाब दे। ਪਹਿਲਾਂ ਤੁਹਾਨੂੰ ਲੱਗਦਾ ਨਹੀਂ ਕਿ ਇਹ ਸਟੂਡੈਂਟ ਦੇ ਚੋਣ ਨੇ, ਸਟੂਡੈਂਟ ਹੀ ਲੜਨ ਤੇ ਜ਼ਿਆਦਾ ਵਧੀਆ ਲੱਗਦਾ ਜੇਕਰ ਕੋਈ ਲੀਡਰ बोलिए इन्होंने ਸਟੂਡੈਂਟ ਲੱਗ ਰਿਹਾ। ਦਿਵਾਂਸ਼ ਠਾਕੁਰ ਕੋਈ MLA MP ਥੋੜਾ MLA ਲੈ ਕੇ ਨਹੀਂ ਆਏ। MLA MP ਥੋੜਾ ਦਿਵਾਂਸ਼ MLA ਦਾ ਵਿਰੋਧ ਨਹੀਂ ਹੋਇਆ। ਕੋਈ ਨਹੀਂ ਜੀ, ਇਦਾਂ ਦੀ ਕੋਈ ਗੱਲ ਨਹੀਂ। ਦੇਖੋ ਸਾਡੇ ਪ੍ਰਭਾਰੀ MLA ਆਏ ਹੀ ਨਹੀਂ ਆਏ। ਦੱਸ ਦਿੰਦਾ ਜੀ, ਮੈਂ ਦੱਸ ਦਿੰਦਾ ਸਾਡੇ ਪ੍ਰਭਾਰੀ ਆ ਜੀ। ਪਿਛਲੇ 14 ਸਾਲ ਦਾ ਉਹਨਾਂ ਦਾ ਐਕਸਪੀਰੀਅੰਸ ਹੈ ਸਟੂਡੈਂਟ ਇਲੈਕਸ਼ਨ ਦਾ। ਉਹਨਾਂ ਦਾ 14 ਸਾਲ ਦਾ ਐਕਸਪੀਰੀਅੰਸ ਹੈ। ਸਾਨੂੰ ਗਾਈਡੈਂਸ ਚਾਹੀਦੀ ਹੈ ਜੀ। ਸਾਡੇ ਪ੍ਰਭਾਰੀ ਵੀ ਆਉਣਗੇ, ਸਭ ਪ੍ਰਭਾਰੀ ਵੀ ਆਉਂਦੇ ਆ ਜੀ। ਸਾਨੂੰ गाइडेंस की लोड़ है। प्रभारियां हैं तो फिर दिक्कत एक सेकंड, कह रहे हैं इनको गाइडेंस की जरूरत है, मतलब ये खुद सशक्त नहीं है, तो फिर जो सशक्त नहीं है जिस टाइम पे, तो इनको हम काउंसिल में क्यों लेके गाइडेंस ਦੇ ਤੌਰ ਤੇ ਜੇਕਰ ਉਹਨਾਂ ਦਾ ਪ੍ਰਭਾਰੀ MLA ਆਇਆ ਤਾਂ ਉਹਨਾਂ ਦੀ ਕੀ ਗਲਤੀ ਹੈ? ਪ੍ਰਭਾਰੀ ਆ ਰਿਹਾ ਨਾ, ਕੋਈ ਦਿੱਕਤ ਤੇ ਨਹੀਂ। ਗਾਈਡੈਂਸ ਯੂਨੀਵਰਸਿਟੀ ਦੀ ਚਾਰ ਦੀਵਾਰੀ ਤੋਂ ਬਾਹਰ ਵੀ ਲਈ ਜਾ ਸਕਦੀ ਹੈ। ਯੂਨੀਵਰਸਿਟੀ ਦੇ ਅੰਦਰ ਆ ਕੇ ਗਾਈਡੈਂਸ ਨਹੀਂ ਲਈ ਜਾ ਸਕਦੀ। ਇੰਨੇ ਕਾਬਲ ਨਹੀਂ ਹੈਗੇ 10-10 ਸਾਲ ਪੜ੍ਹਦੇ ਨੇ ਵੀ ਇਹ ਬੰਦੇ ਜਿਹੜੇ ਡਿਸੀਜਨ ਇਹਨਾਂ ਦੇ ਆਪ ਲੈ ਸਕਣ। ਅੱਜ ਇਹਨਾਂ ਨੂੰ ਬਾਹਰੋਂ ਗਾਈਡੈਂਸ ਦੀ ਲੋੜ ਹੈ। ਯੂਨੀਵਰਸਿਟੀ ਦੀ ਚਾਰ ਦੀਵਾਰੀ ਤੋਂ ਬਾਹਰ ਗਾਈਡੈਂਸ ਲਾਓ। ਯੂਨੀਵਰਸਿਟੀ ਦੀ ਚਾਰ ਦੀਵਾਰੀ ਦੇ ਅੰਦਰ ਕੋਈ ਕੰਮ ਮੰਤਰੀ ਇਹਨਾਂ ਦਾ ਇੱਕ ਸਟੂਡੈਂਟ ਨੂੰ ਵੈਰੀਫਾਈ ਕਰਦਾ। ਜਿਹੜੇ ਹਲਕੇ ਦਾ ਸਟੂਡੈਂਟ ਹੈ ਉਹਨੂੰ ਵੈਰੀਫਾਈ ਕਰਕੇ ਉਹਨੂੰ ਪ੍ਰੈਸ਼ਰਾਈਜ਼ ਕਰਕੇ
ਉਹਨੂੰ ਡਰਾ ਧਮਕਾ ਕੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਸਾਡੀ ਪਾਰਟੀ ਦਾ ਵਾਈਸ ਪ੍ਰਧਾਨ ਉਹਨੂੰ ਉਹਨਾਂ ਦਾ ਕੋਈ ਅੱਜ ਕੀ ਦੇਖ ਲਿਓ, ਕੋਈ ਗੱਲ ਨਹੀਂ 6 ਤਰੀਕ ਨੂੰ ਇਲੈਕਸ਼ਨ ਆਈ ਪਈ ਹੈ ਜੀ। ਜਵਾਕਾਂ ਨੂੰ ਹੁੰਦਾ ਸੀ ਸਾਨੂੰ ਐਮਐਲਏ ਮੰਤਰੀ ਦਾ ਫੋਨ ਆ ਗਿਆ, ਅਸੀਂ ਸੀਵਾਈਐਸਐਸ ਨੂੰ ਵੋਟ ਪਾਉਣੀ, ਉਹਨਾਂ ਨੂੰ ਲੱਗਦਾ ਗੁੱਡੀ ਸਰੀ ਦਾ ਚੜੀ ਜਾਊਗੀ। ਇਹੋ 3-4 ਦਿਨ ਇਹਨਾਂ ਨੇ ਫੋਨ ਕਰਨੇ, ਬਾਅਦ ਕੋਈ ਐਮਐਲਏ ਕੋਈ ਮੰਤਰੀ ਨਹੀਂ ਪੁੱਛਦਾ। ਆ ਟਾਕੀਆਂ ਟੁਕੀਆਂ ਜਿੰਨੀਆਂ ਮਰਜ਼ੀ ਆਈ ਜਾਣ, ਇਹ ਟਾਕੀਆਂ ਹੀ ਰਹਿਣੀਆਂ ਵਾ। ਕੋਈ ਟਾਕੀ ਚੰਗੀ ਹੋਵੇ ਨਾ ਚਾਦਰ ਬਣਦੀ ਹੈ, ਚਾਦਰ ਨਹੀਂ ਬਣਦੀ। ਪਰ ਲੱਗਦਾ ਨਹੀਂ ਕਿ ਕੰਮ ਕੀਤੇ ਆ ਜੀ, ਸਾਰਾ ਸਾਲ ਕੰਮ ਕੀਤੇ ਆ। ਆ ਤੁਹਾਡੇ ਸਾਹਮਣੇ ਐਨੂਅਲ ਰਿਪੋਰਟ ਆ, ਤੁਸੀਂ ਆਪਣੀ ਐਨੂਅਲ ਰਿਪੋਰਟ ਲਿਆਓ 2019 ਦੀ ਦੇ ਦਿਓ, ਪ੍ਰਧਾਨ ਤੁਹਾਡਾ ਸੀ। ਦਿੰਨੇ ਆ ਮੇਰੀ ਰਿਪੋਰਟ ਸੁਣ ਤੁਹਾਡੇ ਸਾਹਮਣੇ ਜਵਾਬ ਦੇ, ਤੁਹਾਡੇ ਸਾਹਮਣੇ ਤੁਹਾਡੀ ਮੈਂ 95% ਲੈ ਗਿਆ, ਇਹਨਾਂ ਦਾ 10% ਤੇ ਲੈ ਹੀ ਲਈ ਹੈ। ਰਿਪੋਰਟ ਸੁਣ ਲਾ 2015 ਤੇ 2019 ਦੀ। 2015 ਦੇ ਵਿੱਚ ਤੇ 2019 ਦੇ ਵਿੱਚ ਜੇ ਕੋਈ ਸਰਕਾਰ ਤੋਂ ਵੱਧ ਪੰਜਾਬ ਸਰਕਾਰ ਤੋਂ ਫੰਡ ਲੈ ਕੇ ਆਈ ਸਾਡੀ ਕੌਂਸਲ, ਇੱਥੇ ਹਰੇਕ ਪਾਰਟੀ ਦੇ ਨੁਮਾਇੰਦੇ ਖਲੋਤੇ, ਯੂਨੀਵਰਸਿਟੀ ਦੇ ਪ੍ਰਸ਼ਾਸਨ ਤੋਂ ਜਾ ਕੇ ਆਪ ਵੈਰੀਫਾਈ ਕਰੋ। ਜੇ ਇੱਥੇ ਯਾਰ ਜੇ ਇਹਨੇ ਬੱਚਿਆਂ ਦੇ 1300 ਤੇ ਕਿਉਂ ਸਿਮਟ ਗਈ? 1300 ਦੇਣਗੇ ਪਿਛਲੇ ਇਹ 1300 ਤੇ ਸਿਮਟਣ ਵਾਲੀ ਗੱਲ ਨਾ ਕਰ। ਜੇ ਪਿਛਲੇ 8 ਸਾਲਾਂ ਦੇ ਵਿੱਚ 2 ਵਾਰਾਂ ਕੌਂਸਲ ਚ ਆਏ, ਅਸੀਂ ਆਏ ਆ। ਜੇ ਤੂੰ ਪਹਿਲਾਂ ਕਹਿੰਦੇ ਸੀ, ਕਹਿੰਦੇ ਸੀਵਾਈਐਸਐਸ ਦੇ ਵਿੱਚ ਜਿਹੜੇ ਲੀਡਰ ਸ਼ਾਮਲ ਹੋਏ ਨੇ, ਕੋਈ ਐਨਐਸਯੂਆਈ ਤੋਂ ਲੈ ਲਿਆ, ਕੋਈ ਏਬੀਵੀਪੀ ਤੋਂ ਲੈ ਲਿਆ। ਅੱਜ ਉਸ ਦਿਨ ਤੁਹਾਡੇ ਐਮਐਲਏ ਕਹਿ ਕੇ ਗਏ ਸੀ, ਤੁਹਾਡੇ ਪ੍ਰਭਾਰੀ ਕਹਿ ਕੇ ਗਏ ਸੀ, ਕਹਿੰਦੇ ਕਿ ਕਿਸੇ ਕੋਲ ਕੈਂਡੀਡੇਟ ਨਹੀਂ ਹੈਗੇ। ਪਹਿਲਾਂ ਸੀਵਾਈਐਸਐਸ ਕੋਲ ਸੀਗਾ। ਗੱਲ ਕਰ ਲੈਨੇ, ਇੱਕ ਦਿਨ ਪਹਿਲਾਂ ਜੁਆਇਨਿੰਗ ਕਰਾਉਂਦੇ ਨੇ ਆਈਬੀਪੀ ਤੋਂ, ਅਗਲੇ ਦਿਨ ਕੈਂਡੀਡੇਟ ਲੱਗ ਜਾਂਦਾ। ਪਿਛਲੇ ਸਾਲ ਦੀ ਗੱਲ ਬੁਲਾਇਆ ਸੀ, ਆਏ ਵੀ ਨਹੀਂ ਐਨਐਸਯੂਆਈ। 15 दिन पहले 15 दिन नहीं, एक दिन एबीवीपी के लोग नहीं जाके आपकी सीवाईएसएस बनाई थी, आप भी एनएसयूआई में थे, आप भी एनएसयूआई से जाके सीवाईएसएस में गए। ठीक है, इस तरीके से सबसे हमारे लिए तो खुशी की बात है, एबीवीपी के लोग अलग पार्टियों में जाके उनको नेतृत्व दे रहे हैं। यूनिवर्सिटी में जो बाकी पार्टी है उनके पास नेतृत्व खत्म है, आप भी इस बात को मान लीजिए। वो ग्रुपिज्म है, वो जाना ग्रुपिज्म थी। आइडियोलॉजी की गल करते हो ਆਰਾਮ ਨਾਲ ਤੁਸੀਂ ਮੇਰੇ ਥਰੂ ਗੱਲ ਕਰ ਲਓ, ਜਿਹੜੀ ਗੱਲ ਕਰਨੀ ਹੈ ਮੇਰੇ ਥਰੂ ਗੱਲ ਕਰੋ। ਤੁਸੀਂ ਪਾਰਟੀ ਦੀ ਆਈਡੀਓਲੋਜੀ ਦੀ ਗੱਲ ਕਰਦੇ ਹੋ। 4 ਸਾਲ ਤੁਸੀਂ ਇੱਥੇ ਪੜ੍ਹੇ, 5 ਤੁਸੀਂ ਜਥੇਬੰਦੀਆਂ ਬਦਲੀਆਂ। ਸਾਰੀ ਪਾਰਟੀ ਇਹ ਇਲਜ਼ਾਮ ਤੇ ਤੁਹਾਡੇ ਔਨ ਰਿਕਾਰਡ ਗੱਲ ਕਰੋ, ਗਿਣਾਓ, ਕੋਈ ਸਟicker ਵਿਖਾ ਦਿਓ। ਮੈਂ ਐਨਐਸਯੂਆਈ ਚ ਸੀ ਜੀ, ਇੱਕ ਪਾਰਟੀ ਸੀ, 4 ਸਾਲ ਕੰਮ ਕੀਤਾ, ਬਦਲੀ ਪਾਰਟੀ। ਸਾਰੇ ਗਿਣਾਓ ਵਿਦ ਪ੍ਰੂਫ ਗੱਲ ਕਰੋ, ਵਿਦ ਪ੍ਰੂਫ ਗੱਲ ਕਰੋ। ਵੇਖਿਆ ਤੁਸੀਂ 4 ਇਲੈਕਸ਼ਨ ਵੇਖਿਆ। ਚਲੋ ਅੱਜ ਮੁੱਦੇ ਦੀ ਗੱਲ ਕਰੋ, ਅੱਜ ਦੀ ਗੱਲ ਕਰੋ, ਅੱਜ ਦੀ ਗੱਲ ਕਰ ਲਓ, ਅੱਜ ਦੀ ਗੱਲ ਕਰ ਲਓ, ਅੱਜ ਜਿਹੜੀ ਗੱਲ ਹੈ ਅੱਜ ਦੀ ਗੱਲ ਕਰ ਲਓ। ਅੱਜ ਜਿਹੜੇ ਮੁੱਦੇ ਨੇ ਸੋਈ ਪਾਰਟੀ, ਮੈਨੂੰ ਇਹ ਇੱਕ ਤੁਹਾਡੇ ਵੱਲ ਹੈਗਾ, ਅੱਜ ਦੀ ਗੱਲ ਕਰ ਲਓ। ਅੱਜ ਜਿਹੜੇ ਮੁੱਦੇ ਨੇ ਯੂਨੀਵਰਸਿਟੀ ਦੇ ਵਿੱਚ, ਜੇ ਇਹ ਹੈ ਜੀ, ਇੱਥੇ ਮੰਤਰੀ ਆ ਕੇ ਵੋਟਾਂ ਲੜਦੇ ਪਏ ਆ, ਮੰਤਰੀ ਆ ਕੇ ਇੱਥੇ ਗਿੱਦੜ ਧਮਕੀਆਂ ਦਿੰਦੇ ਪਏ ਆ। ਪਰ ਮੈਂ ਸਟੂਡੈਂਟਾਂ ਨੂੰ ਵੀ ਇਹ ਤੁਹਾਡੇ ਚੈਨਲ ਰਾਹੀਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਇਹ ਜਿਹੜੀ ਸਰਕਾਰ ਹੈ ਨਾ, ਇਹ ਇੱਕ ਪਾਰਟੀ ਨਹੀਂ, ਇਹ ਇੱਕ ਨਿਕਲੀ ਹੋਈ ਕੰਪਨੀ ਹੈ ਫੋਨ ਦੇ ਵਿੱਚੋਂ। ਨੌਜਵਾਨ ਇਹਨਾਂ ਨੇ ਗੁੰਮਰਾਹ ਕਰ ਲਏ, ਸਾਰੇ ਮਗਰ ਲਾ ਲਏ। 20 ਦਿਨਾਂ 'ਚ ਕੌਂਸਲ ਕੀ, ਪਹਿਲਾਂ 20 ਦਿਨਾਂ 'ਚ ਕਿਸੇ ਹੋਰ ਪਾਰਟੀ, ਸਾਰੇ ਇਕੱਠੇ ਹੋ ਕੇ ਇਹਨਾਂ ਨੂੰ ਜਵਾਬ ਤਾਂ ਦੇ ਦਿੱਤਾ ਜੀ। 4 ਇਹਨਾਂ ਨੇ ਇਲੈਕਸ਼ਨ ਵੇਖੇ ਆ, 5 ਪਾਰਟੀਆਂ ਬਦਲੀਆਂ। ਇਲਜ਼ਾਮ ਕਿਤੇ ਨਾ ਕਿਤੇ ਏਬੀਵੀਪੀ ਤੇ ਵੀ ਲੱਗਦੇ ਨੇ। ਉਹ ਕਹਿੰਦੇ ਲੀਡਰ ਮੰਤਰੀ ਆਉਂਦੇ ਨੇ ਏਬੀਵੀਪੀ ਤੇ। ਇੱਕ ਮਿੰਟ ਏਬੀਵੀਪੀ ਤੋਂ ਸਵਾਲ ਲੈ ਲਈਏ। ਇੱਕ ਮਿੰਟ ਮੈਨੂੰ ਸਵਾਲ ਦਾ ਸਵਾਲ ਲੈ ਲੈਣ ਦਿਓ ਬਾਈ ਜੀ, ਸਵਾਲ ਲੈ ਲੈਣ ਦਿਓ। ਇਹ ਕਿਤੇ ਨਾ ਕਿਤੇ ਇਲਜ਼ਾਮ ਏਬੀਵੀਪੀ ਤੇ ਵੀ ਲੱਗਦੇ ਨੇ। ਕਹਿੰਦੇ ਸੰਗੀ ਬੰਦੇ ਆ ਕੇ ਤੇ ਇਹਨਾਂ ਦੀ ਰਾਜਨੀਤੀ ਚਲਾਉਂਦੇ ਨੇਗੇ। संगी बंदे कोई भी यूनिवर्सिटी के अंदर आकर किसी भी स्टूडेंट को पकड़ कर ये नहीं बोलता आपने वोट करनी है। ਆਉਂਦੇ ਨੇਗੇ, ਇਹ ਮੰਨਦੇ ਹੋ? ਆਉਂਦੇ ਨੇਗੇ, ਇਹ ਮੰਨਦੇ ਹੋ? जो आते हैं यूनिवर्सिटी के अंदर नहीं आते। यूनिवर्सिटी के बाहर एबीवीपी के कार्यालय, यूनिवर्सिटी के बाहर जगह है, हमारी मीटिंग होती है, हमसे भी बात होती है। ठीक है, बहुत अच्छी बात है, हमने कभी अपना संघ के साथ एफिलिएशन डिनाई नहीं किया है। लेकिन आप ये चीज सोचिए कि यूनिवर्सिटी के अंदर क्या वो आकर अपने गनमैन को लेकर, क्या वो अपने किसी मंत्री को लेकर आकर वो ये चीज कहने की कोशिश कर रहे हैं कि आप हमारे लिए वोट कीजिए? इसका आंसर होगा ना। और सिर्फ इस यूनिवर्सिटी के अंदर ये गन कल्चर, ये मसल पावर, ये मनी पावर प्रमोट करने वाली ऑर्गेनाइजेशंस को स्टूडेंट्स इस बार के इलेक्शन में बाहर उठा के फेंकेंगे और एबीवीपी को काउंसिल के अंदर लेके आएंगे। इस चीज का यहां पे वादा करके जा रहा हूं। ਇੱਕ ਚੀਜ਼ ਬੜੀ ਵੱਡੀ, ਇੱਕ ਚੀਜ਼ ਮੈਨੂੰ, ਇੱਕ ਚੀਜ਼ ਪਹਿਲਾਂ ਤੁਸੀਂ ਜਵਾਬ ਦੇ ਦਿਓ। ਤੁਸੀਂ ਤੁਹਾਡੇ ਤੋਂ ਹੀ ਸਵਾਲ ਲੈਣੇ ਮਾਰਾ, ਸੱਤਾ ਟੁੱਟੀ ਰਹੀ ਹੈ। ਬਿਲਕੁਲ ਜੀ, ਬਿਲਕੁਲ। ਜਿਸ ਤਰੀਕੇ ਨਾਲ ਇਹ ਸਾਰੀ ਪਾਰਟੀ ਕਹਿੰਦੇ ਨੇ, ਕਹਿੰਦੇ ਜਿਹੜੇ ਸੀਵਾਈਐਸਐਸ ਦੇ ਬਾਹਰਲੀ ਪਾਰਟੀਆਂ ਦੇ ਲੋਕ ਆਏ ਨੇਗੇ, ਕੋਈ ਐਨਐਸਯੂਆਈ, ਤੁਸੀਂ ਆਪ ਆਏ ਬਿਲਕੁਲ ਆਏ, ਐਨਐਸਯੂਆਈ ਤੋਂ, ਬਿਲਕੁਲ ਆਏ। ਕਿ ਐਨਐਸਯੂਆਈ ਦੀ ਵੀ ਸਰਕਾਰ, ਮਤਲਬ ਕਾਂਗਰਸ ਦੀ ਸਰਕਾਰ ਰਹੀ ਹੈ, ਉਹ ਵੀ ਮੰਤਰੀ ਆਉਂਦੇ ਸੀ ਇੱਥੇ? ਬਿਲਕੁਲ ਆਉਂਦੇ ਸੀ ਜੀ, ਮੰਤਰੀ ਆਉਂਦੇ ਸੀ। ਪਹਿਲਾਂ ਤੋਂ ਧੱਕਾ ਕਰਦੇ ਆਏ। ਬਿਲਕੁਲ ਆ ਰਿਹਾ ਸੀ। ਵੇਖੋ ਪਤਾ ਗੱਲ ਕੀ ਆ, ਮੰਤਰੀ ਦਾ ਹੋਣਾ, ਪ੍ਰਭਾਰੀ ਲਾਏ ਹੋਏ ਜੀ, ਕੁਝ ਗਲਤ ਨਹੀਂ, ਗਾਈਡੈਂਸ ਦੀ ਲੋੜ ਹੁੰਦੀ ਆ। ਇਹਨਾਂ ਦੇ ਮਜੀਠੀਆ ਸਾਹਿਬ ਆਉਂਦੇ ਨੇ, ਆਪ ਇੰਟਰਫੇਅਰ ਕਰਦੇ ਨੇ ਸਾਰੀਆਂ ਗੱਲਾਂ। ਉਹ ਇੱਕ ਪ੍ਰੋਟੋਕਾਲ ਹੈ। ਜਦੋਂ ਪਾਰਟੀ ਜਿੱਤਦੀ ਹੈ ਨਾ, ਇੱਕ ਮਿੰਟ, ਜਦੋਂ ਪਾਰਟੀ ਜਿੱਤਦੀ ਹੈ, ਜ਼ਰੂਰਤ ਹੈ ਸਾਨੂੰ ਇੱਕ ਮਿੰਟ, ਗਾਈਡੈਂਸ ਇਦਾਂ ਨਹੀਂ ਵੀ ਇੱਕ ਕੋਈ ਸਟੂਡੈਂਟ ਨੂੰ ਕਿਸੇ ਨੂੰ ਧਮਕਾਉਣਾ, ਕਿਸੇ ਨੂੰ ਗੱਡੀ 'ਚ ਗੇੜੀ ਲਵਾਉਣੀ ਤਾਂ ਮੰਤਰੀ ਇੱਥੇ ਮੀਤ ਹੈਰਾ ਹੋਵੇ। ਸਪੋਰਟਸ ਮਿਨਿਸਟਰ ਆ ਉਹ। ਯੂਨੀਵਰਸਿਟੀ ਨੂੰ ਇੱਕ ਗੇਂਦ ਦਿੱਤੀ ਉਹਨਾਂ ਨੇ,
ਤੁਸੀਂ ਇਸ ਗੱਲ ਦਾ ਜਵਾਬ ਦਿਓ। ਹੋਸਟਲ ਦੇਤੇ ਉਹਨਾਂ ਨੇ 23 ਕਰੋੜ ਰੁਪਏ ਦੇ ਹੋਸਟਲ ਦੇ ਤੁਸੀਂ ਹੋਸਟਲ ਸਿਰਫ ਗੱਲਾਂ ਦਾ ਕੜਾ ਇਹਨਾਂ ਨੂੰ ਇੱਕ ਐਸ ਸਾਲ ਨਹੀਂ ਪੱਥਰ, ਐਸ ਸਾਲ ਮੇਰੀ ਗੱਲ ਸੁਣੋ, ਸਾਂਭਣਗੇ ਇਹ ਨੀਂਹ ਪੱਥਰ ਰੱਖਣਾ ਨਵੇਂ ਹੋਸਟਲ ਤੇ ਦੇਖ ਲਓ, ਪਹਿਲੀ ਵਾਰ ਆਏ ਆ ਨਵੇਂ ਤਾਂ ਇਹ ਪਹਿਲੀ ਸਰਕਾਰ ਆ ਸੜਕ ਨੂੰ ਪੈਂਚਰ ਲਾਉਣ ਦਾ ਨੀਂਹ ਪੱਥਰ ਰੱਖਦੀ ਆ ਪਹਿਲੀ ਸਰਕਾਰ ਜੇ ਕਿ ਸੜਕ ਦੀ ਗੱਲ ਕਰਦੇ ਆ, ਇਹਨੂੰ ਝੂਠਾ ਸਾਬਤ ਕਰ ਦੇਣ, ਪਾਰਟੀ ਇਲੈਕਸ਼ਨ ਨਹੀਂ ਲੜੂ। ਦੂਜੀ ਗੱਲ, ਸਟੂਡੈਂਟਾਂ ਕੋਲ ਜਾਓ, ਜਾ ਕੇ ਪ੍ਰੂਵ ਕਰ ਦੋ, ਇਹ ਤੁਹਾਡੇ ਹੱਥ 'ਚ ਹੈ ਨਾ, ਸਟੂਡੈਂਟ ਤੁਹਾਡੇ ਨਾਲ ਆ ਨਾ। ਜੇ ਤੁਸੀਂ ਕਹਿ ਰਹੇ ਕਿ ਸਟੂਡੈਂਟ ਤੁਹਾਡੇ ਨਾਲ ਹੈ, ਜਾਓ 6 ਤਰੀਕ ਨੂੰ ਇਲੈਕਸ਼ਨ ਹੋ ਜਾਣੀ ਆ, ਆਨਸਰ ਆ ਜਾਣਾ ਜੀ। ਅਸੀਂ ਕਹਿੰਦੇ ਸਾਨੂੰ ਵੋਟ ਨਾ ਪਾਓ ਜੇ ਅਸੀਂ ਕੰਮ ਨਹੀਂ ਕੀਤਾ, ਕੰਮ ਕੀਤਾ ਨਹੀਂ ਸਾਰੇ ਸਟੂਡੈਂਟਾਂ ਨੂੰ ਅਪੀਲ ਕਰਦਾ, UIT ਦਾ ਚਾਹੇ ਯੂਨੀਵਰਸਿਟੀ ਦਾ ਸਟੂਡੈਂਟ ਆ, ਇੱਕ ਕੰਮ ਨਹੀਂ ਕੀਤਾ ਤੁਸੀਂ ਵੋਟ ਨਾ ਪਾਓ ਸਾਨੂੰ। ਕੰਮ ਕੀਤਾ, ਉਹ ਵੀ ਕਹਿੰਦੇ ਕੰਮ ਕੀਤਾ ਤੁਸੀਂ, ਲੇਕਿਨ ਜਦੋਂ ਚੋਣ ਲੱਗੇ ਉਸ ਤੋਂ ਪਹਿਲਾਂ ਕਰ ਲਿਆ। ਕਿਤੇ ਗੱਲ ਦੇ ਦੇਣਾ, ਆਨਸਰ ਸੁਣ ਲਿਓ ਧਿਆਨ ਨਾਲ। ਹਰ ਚੀਜ਼ ਦਾ ਪ੍ਰੋਟੋਕਾਲ ਹੁੰਦਾ ਜੀ। ਹੋਸਟਲ ਦੇ ਮੁੱਦੇ ਦੀ ਗੱਲ ਕਰ ਲੈਂਦੇ ਆ, ਕਹਿੰਦੇ ਪੈਸੇ ਆਏ ਆ ਜ਼ਰੂਰ, ਆ ਉਹਦਾ ਸਬੂਤ ਆ ਜੀ। ਪਹਿਲੀ ਗੱਲ ਇਹ ਕਰਦੇ ਆ, ਫਿਰ ਉਹ ਕਹੂੰਗਾ ਇਹਨੂੰ ਝੂਠਾ ਡਿਨਾਈ ਕਰ ਦਿਓ, ਇਲੈਕਸ਼ਨ ਨਹੀਂ ਲੜਾਂਗੇ, ਨੰਬਰ 1। ਦੂਜੀ ਗੱਲ ਕਰ ਦਿੰਦੇ, ਸਾਰਾ ਸਾਲ ਲੰਘ ਗਿਆ, ਅਸੀਂ ਆਪ ਮੰਨਦੇ ਆ ਜੀ, ਰੀਜ਼ਨ ਉਹਦਾ ਦੱਸ ਦਿੰਦੇ ਆ। ਹਰ ਚੀਜ਼ ਦਾ ਪ੍ਰੋਟੋਕਾਲ ਹੁੰਦਾ, ਪ੍ਰੋਸੈਸ ਲੱਗਦਾ ਜੀ, ਕਿਉਂਕਿ ਕੱਲੀ ਪੰਜਾਬ ਸਰਕਾਰ ਇਨਵੋਲਵ ਨਹੀਂ ਸੀ, ਬਹੁਤ ਸਾਰੇ ਨਕਸ਼ਾ ਪਾਸ ਹੋਣਾ ਹੁੰਦਾ, ਮੀਟਿੰਗ ਕਰਨੀਆਂ ਹੁੰਦੀਆਂ ਨੇ, ਇਹਦੇ ਵਿੱਚ VC मैम सारी यूनिवर्सिटी इन्वॉल्व होती है। ये बात कर रहे हैं ना, अभी इस बार इलेक्शन आया, इनके पैसे आए, अगला इलेक्शन आएगा ये एक फ्लोर खड़ा करेंगे, उसके बाद ये एक छत खड़ी करेंगे। अगर ये कहेंगे ऐसे पार्ट में ना हम लोग आपके हॉस्टल खड़े कर रहे हैं और पार्ट में ना आप हर बार हमें वोट। ਇੱਕ ਚੀਜ਼ ਖੜੀ ਹੋਗੀ, ਕਹਿੰਦੇ ਸਾਰੇ ਵਿਰੋਧੀ ਸਰਕਾਰ ਦੇ ਖਿਲਾਫ ਖੜੇ ਹੋ ਗਏ। ਇੱਕ ਜਗ੍ਹਾ ਨੈਸ਼ਨਲ ਲੈਵਲ ਤੇ NDA ਤੇ ਇੰਡੀਆ ਹੋ ਗਿਆ, ਤੇ ਯੂਨੀਵਰਸਿਟੀ ਦੇ ਵਿੱਚ ਸਰਕਾਰ ਤੇ ਜਦੋਂ ਇੱਕ ਮਿੰਟ एक इस चीज का जवाब छोटा सा देना चाहूंगा, इस यूनिवर्सिटी में सारे इनके खिलाफ नहीं हुए, सारे खिलाफ हुए पॉलिटिकल पावर के खिलाफ। जो स्टूडेंट पावर है, स्टूडेंट पावर पॉलिटिकल पावर के खिलाफ हुई है। पॉलिटिक्स जो नॉर्मल पॉलिटिक्स है, जो जनरल पॉलिटिक्स है, वो स्टूडेंट पॉलिटिक्स के अंदर मिलनी नहीं चाहिए। इस चीज के खिलाफ है, इस चीज के लिए CYSS को उठा के बाहर फेंकने की बात करते हैं। बिल्कुल जितांगे। मैं कहना ना वोट पाओ, नहीं काम किया, काम खाली निकलना सामने करो चेक। कोई मैं कहना ਪੀਪਾ ਭਰਿਆ ਕਹਿੰਦੇ। ਇੱਕ ਚੀਜ਼ ਆ, ਐਨੂਅਲ ਰਿਪੋਰਟ ਤਾਂ ਝੂਠੀ ਸਾਬਤ ਕਰ ਦੋ, ਇਲੈਕਸ਼ਨ ਨਹੀਂ ਲੜਾਂਗੇ। ਝੂਠੀ ਲਾਓ, ਵੋਟ ਉਦਾਂ ਵੀ ਨਹੀਂ ਪੈਣੀ। ਇਲੈਕਸ਼ਨ ਨਹੀਂ ਲੜਾਂਗੇ ਸਾਰੇ, ਹੋਰ ਰਾਣਾ ਜੀ ਇਲੈਕਸ਼ਨ ਨਹੀਂ ਲੜਦੇ। ਤੁਸੀਂ ਤਾਂ ਬਹਾਨਾ ਲੱਭਣ ਇਦਾਂ ਹੀ ਨਾਲ ਲੜੀਆ, ਹਾਰ ਤੇ ਹੀ ਜਾਣਾ ਹੀ ਆ। ਪਰ ਲੱਗਦਾ ਕੀ ਹੈ, ਇੱਕ ਮਿੰਟ ਥੋੜਾ ਜਾਬਤਾ ਬਣਾ, ਆਪਾਂ ਕੋਈ ਚੋਣ ਪ੍ਰਚਾਰ ਨਹੀਂ ਚੱਲ ਰਿਹਾ ਤੇ ਜਾਬਤਾ ਰੱਖ ਲਓ। ਡਿਬੇਟ ਚੱਲ ਰਹੀ ਹੈ, ਮਸਲਿਆਂ ਦੀ ਗੱਲ ਚੱਲ ਰਹੀ ਹੈ, ਜਾਬਤਾ ਰੱਖੋ ਮਾੜਾ ਮੋਟਾ, ਨਾਰੇਬਾਜ਼ੀ ਨਹੀਂ ਕਰਨੀ ਕਿਸੇ ਕਿੰਨੀ ਵਾਰੀ ਇਦਾਂ ਹੋਇਆ ਕਿ ਪ੍ਰਧਾਨ ਦੇ ਨਾਂ ਦੀਆਂ ਚਿੱਠੀਆਂ ਨਿਕਲੀਆਂ ਨੇ, ਕੰਮ ਕਰਾਇਆ ਤਦ ਨਿਕਲੀਆਂ ਨੇ। ਸਾਰਾ ਕੰਮ ਗਏ ਹੀ। ਆਹ ਗੱਲ ਸੁਣੀ 18 ਕੰਮ ਗਏ ਹੀ। ਆ ਕਿਹੜਾ ਯਾ ਕਿਹੜਾ 11 नहीं कर पाए। ਲਿਆਓ ਜੀ। और इनका 90% 95% का मैथमेटिक्स पता नहीं क्या है, प्रॉपर नहीं हो पाए, लेकिन 90% इनके काम हो गए। ਗੱਲਾਂ ਏਡੀਆਂ ਪਰ ਚੀਡੀ ਕ ਫੜੀ ਫਿਰਨਦੇ ਕਿ ਇੰਨੇ ਕੰਮ ਕਰਦੇ 95% ਕਰਦੇ 5% ਕੰਮ ਨਹੀਂ ਹੋਏ। ਦਿਓ ਜਵਾਬ, ਲਿਆਓ ਆਪਣਾ ਜੀ, ਲਿਆਓ ਐਨੂਅਲ ਰਿਪੋਰਟ ਲਿਆਓ। ਇਹ ਨਹੀਂ, ਇਹਨੂੰ ਛੱਡੋ, ਤੁਸੀਂ ਆਪਣੀ ਐਨੂਅਲ ਰਿਪੋਰਟ ਦਿਓ। ਸਾਰਾ 2019 ਚ ਤੁਹਾਡੀ ਕੌਂਸਲ ਸੀ ਨਾ, ਲਿਆਓ ਐਨੂਅਲ ਰਿਪੋਰਟ। ਇਹਨਾਂ ਨੂੰ ਤਾਂ ਮੌਕਾ ਹੀ ਨਹੀਂ ਮਿਲਿਆ। ਇਹਨਾਂ ਨੂੰ प्रधान कितने हो गए मिलेगा? 8 ਸਾਲ ਹੋ ਗਏ ਸਰ, 8 ਸਾਲ ਹੋ ਗਏ ਸਰ, 8 ਸਾਲ। ਜੇ ਕੋਈ ਕੰਮ ਕੀਤਾ ਹੁੰਦਾ ਐਟਲੀਸਟ VP ਜਿੱਤ ਜਾਂਦੇ, ਜੋਇਟੀ ਜਿੱਤ ਜਾਂਦੇ। ਪ੍ਰਧਾਨ ਦਾ ਕੁਝ ਤਾਂ ਕਰੋ, ਕੁਝ ਕੀਤਾ ਹੁੰਦਾ। डर बाकियों पार्टियों के अंदर इतना है लगातार। अच्छा मेरी गल सुनो। अच्छा एक मिनट जाबता कर, एक मिनट सवाल ले लो, मेरा भी सवाल है। एक मिनट सवाल ले लो। ਤੁਸੀਂ ਕਹਿੰਦੇ ਹੋ ਅਸੀਂ ਜਿੱਤ ਜਾਂਦੇ, ਜੇ ਇੰਨੇ ਜਿੱਤਣ ਦਾ ਚਾਹ ਸੀ ਜਾਂ ਇੰਨੀ ਜਿੱਤਣ ਦਾ ਭਰੋਸਾ ਸੀ, ਫਿਰ ਸਾਰੀ ਸੀਟਾਂ ਤੇ ਲੜ ਲੈਂਦੇ। ਨਹੀਂ ਦੇਖੋ ਜੀ, ਹਰ ਪ੍ਰੋਟੋਕਾਲ ਹੁੰਦਾ ਜੀ, ਹਰ ਇੱਕ ਚੀਜ਼ ਦਾ। ਸੀਨੀਅਰ ਲੀਡਰਸ਼ਿਪ ਸਾਡੇ ਨਾਲ ਆ, ਹਰ ਚੀਜ਼ ਦਾ ਪ੍ਰੋਟੋਕਾਲ ਹੁੰਦਾ ਜੀ। ਅਸੀਂ ਜੋ ਸਾਡੇ ਬੱਚਿਆਂ ਨੇ, ਜੋ ਸਾਡੇ ਸਟੂਡੈਂਟਸ ਵਰਕਰ ਸੀ, ਉਹਨਾਂ ਨੇ ਜੋ ਸਾਨੂੰ ਫੀਡਬੈਕ ਦਿੱਤਾ, ਉਹਦੇ ਹਿਸਾਬ ਨਾਲ ਇਲੈਕਸ਼ਨ ਲੜੀ ਜਾਂਦੀ ਆ। ਕੋਈ ਟੇਬਲਾਂ ਦੇ ਅੰਦਰ ਏਸੀਆ 'ਚ ਬਹਿ ਕੇ ਇਲੈਕਸ਼ਨ ਨਹੀਂ ਲੜੀ ਜਾਂਦੀ। ਫੀਡਬੈਕ ਕੀ ਆਇਆ, ਕਿਸੇ ਪ੍ਰਧਾਨ ਹੀ ਜਿੱਤਾਂਗੇ। ਜਿਹੜਾ ਮੈਨੀਫੈਸਟੋ ਬਣਾਇਆ ਜੀ, ਇਹ ਵੀ ਬੱਚਿਆਂ ਦੇ ਵਿੱਚ ਬੈਠ ਕੇ ਇੱਕ ਪੁਆਇੰਟ ਲਿਖਿਆ ਗਿਆ ਜੀ, ਫਿਰ ਮੈਨੀਫੈਸਟੋ ਬਣਿਆ ਜੀ। ਇਹ ਕੋਈ ਏਸੀਆਂ ਦੇ ਕਮਰਿਆਂ 'ਚ ਬਹਿ ਕੇ ਮੈਨੀਫੈਸਟੋ ਨਹੀਂ ਬਣਿਆ। ਪਿਛਲੇ ਸਾਲ ਦਾ ਮੈਨੀਫੈਸਟੋ ਪੂਰਾ ਕੀਤਾ, ਇਸ ਸਾਲ ਦਾ ਵੀ ਕਰਾਂਗੇ। MLA ਮੰਤਰੀ ਕਿਉਂ ਏਸੀਆਂ ਦੇ ਕਮਰੇ ਜਾਣ ਬਹਿ ਵੋਟਾਂ ਮੰਗਦੇ, ਦੱਸੋ ਨਹੀਂ ਕਿਉਂ? ਜਦ ਜਵਾਬ ਇਲੈਕਸ਼ਨ ਨਹੀਂ ਹੋ ਰਹੀ, ਇੱਥੇ ਇਲੈਕਸ਼ਨ MLA ਦੀ ਨਹੀਂ ਹੋਈ। ਮੈਂ ਚੱਲ ਉਹ ਜਵਾਬ ਪੁੱਛਣਗੇ, ਉਹ ਕਹਿੰਦੇ ਨੇ ਸਾਡਾ ਪ੍ਰਭਾਵ ਇੱਕ ਗੱਲ ਹੈ। ਇਲੈਕਸ਼ਨ ਇਹ ਮੰਤਰੀ ਦੀ ਕਿਹਦੀ ਇਲੈਕਸ਼ਨ ਨਹੀਂ ਹੈ, ਇਹ ਸਟੂਡੈਂਟਸ ਦੀ ਰਾਜਨੀਤੀ ਹੈ। ਸਟੂਡੈਂਟਸ ਤੱਕ ਰਹਿਣ ਦਿਓ। ਜੇ MLA ਮੰਤਰੀ ਹੋਣੇ ਇਦਾਂ ਹੀ ਵਿਰੋਧ ਹੋਊਗਾ।
ਅਸੀਂ ਜਵਾਬ ਲੈਣ ਗਏ ਆ ਸਾਨੂੰ ਧੱਕੇ ਮਾਰੇ ਇਹਨਾਂ ਦੇ ਗੁੱਡਿਆਂ ਨੇ ਸਟੂਡੈਂਟਸ ਨੂੰ ਚਪੇੜਾ ਮਾਰੀਆਂ ਇਹ ਆਂਦੇ ਸਟੂਡੈਂਟਸ ਦੀ ਆਵਾਜ਼ ਤੋਂ ਆਪਾਂ ਉਸ ਮਸਲੇ ਦੀ ਗੱਲ ਨਾ ਕਰੀਏ ਮੇਰਾ ਸਵਾਲ ਲੈ ਲਓ ਗੱਲ ਇੱਕ ਹੈਗੀ ਹੈ ਇੱਕ ਟੁੱਕ ਗੱਲ ਹੈ ਇੱਕ ਗੱਲ ਜਵਾਬ ਨੇ ਪਾਤੀ ਦੇਖੋ ਜਵਾਬ ਤਾਂ ਤੁਹਾਡੇ ਤੋਂ ਲੈਣਾ ਤੁਸੀਂ ਪ੍ਰਧਾਨਗੀ ਤੇ ਰਹੇ ਹੋ ਤੁਹਾਡੇ ਤੋਂ ਹੀ ਜਵਾਬ ਲੈਣਾ ਇਹਨਾਂ ਨੇ ਲੇਕਿਨ ਇੱਕ ਬਾਈ ਥੋੜਾ ਸ਼ਾਂਤ ਤੁਸੀਂ ਥੋੜਾ ਜਾਬਤਾ ਰੱਖੋ ਡਿਬੇਟ ਦੇ ਵਿੱਚ ਜਾਬਤਾ ਰੱਖੋ ਜਾਬਤੇ ਦੇ ਨਾਲ ਗੱਲ ਕਰੋ ਔਰ ਮੁੱਦੇ ਦੀ ਗੱਲ ਕਰੋ ਜਿਹੜੀ ਮੁੱਦੇ ਦੀ ਗੱਲ ਜਦੋਂ ਅਗਲੇ ਦਾ ਪ੍ਰਭਾਰੀ ਹੈਗਾ ਜਦੋਂ ਪ੍ਰਭਾਰੀ ਹੈਗਾ ਤਾਂ ਪ੍ਰਭਾਰੀ ਆਊਗਾ ਤੇ ਇਹ ਤੁਸੀਂ ਇਹ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਦੋਂ ਮਸਲਿਆਂ ਦੀ ਗੱਲ ਹੁੰਦੀ ਹੈ ਇਹ CYSS ਦੇ ਕੋਲ ਸਾਰੇ ਜਵਾਬ ਮੰਗਣਗੇ ਔਰ ਉਹ CYSS ਨੂੰ ਦੇਣਾ ਪਊਗਾ ਜੀ ਬਿਲਕੁਲ ਔਰ ਜੇਕਰ ਮੈਂ ਮੈਨੀਫੈਸਟੋ ਦੀ ਗੱਲ ਕਰਾਂ ਤੁਸੀਂ ਕਹਿੰਦੇ ਹੋ ਚਲੋ ਮੌਜੂਦਾ ਸਰਕਾਰ ਤੇ ਮੌਜੂਦਾ ਕੋਈ ਵੀ ਪਾਰਟੀ ਰਾਜਨੀਤਿਕ ਜੋ ਵੀ ਹੁਣ ਸੱਤਾ ਦੇ ਵਿੱਚ ਹੋਵੇ ਉਹਦਾ ਮੈਨੀਫੈਸਟੋ ਵੱਖਰਾ ਹੁੰਦਾ ਉਸ ਤੋਂ ਆਸ ਵੀ ਰੱਖਦੇ ਨੇ ਉਹਦੇ ਵਿਰੋਧ ਵੀ ਹੁੰਦੇ ਨੇ ਹੁਣ ਤੁਸੀਂ ਮੈਨੀਫੈਸਟੋ ਕਰਾ ਦਿਓ ਜਦ ਤੱਕ ਨਾ ਮੈਂ ਪੁੱਛਿਆ ਤਦ ਤੱਕ ਕੋਈ ਜਵਾਬ ਨਾ ਦਿਓ ਜੀ ਕਿਹੜੀ ਜੀ ਪਿਛਲੇ ਸਾਲ ਤੇ ਜੀ ਇਸ ਮੈਨੀਫੈਸਟੋ ਵਾਰ ਦਾ ਕਹੋ ਨਾ ਪਿਛਲੀ ਵਾਰ ਤੋਂ ਇਹ ਕਹਿੰਦੇ 95 ਕਰਤਾ ਹੁਣ ਇਸ ਵਾਰ ਸਾਹਮਣੇ ਆ ਜੀ ਸਾਊਥ ਕੈਂਪਸ ਦੀ ਕਨੈਕਟੀਵਿਟੀ ਬਹੁਤ ਘੱਟ ਹੈ ਜੀ ਨਾਰਥ ਦੇ ਨਾਲ ਸਾਊਥ ਕੈਂਪਸ ਦੀ ਕਨੈਕਟੀਵਿਟੀ ਦੇ ਉੱਤੇ ਕੰਮ ਹੋਣਾ ਕੁੜੀਆਂ ਦੇ इशू था इनके मैनिफेस्टो का आगे ਮੈਟਰੋ ਬੱਸ ਦਾ ਕਰ ਰਹੇ ਆ ਜੀ ਸਾਰੇ ਸੋਲਵ ਹੋਣਗੇ ਨਾ ਜੀ ਕੋਈ ਚੀਜ਼ਾਂ ਮੈਂ ਪਹਿਲਾਂ ਮੈਚ ਟੂ ਫੇਸ ਹਾਂਜੀ ਕੁੜੀਆਂ ਦੇ ਹੋਸਟਲਾਂ ਦੇ ਮੁੱਦੇ ਆ ਪਾਣੀ ਦਾ ਮੁੱਦਾ ਜੀ ਉਹ ਸੋਲਵ ਕਰਾਂਗੇ PhD ਸਕਾਲਰਾਂ ਦੇ ਮੁੱਦੇ ਆ ਜੀ UIT ਦੇ ਪਲੇਸਮੈਂਟ ਦੇ ਮੁੱਦੇ ਆ ਜੀ ਆ ਸਾਰੇ ਇਹਦੇ ਵਿੱਚ ਲਿਖੇ ਹੋਏ ਆ ਜੀ ਕਰਾਂਗੇ ਜੀ 1 ਬਾਈ 1 ਇਹਨਾਂ ਦੇ ਉੱਤੇ ਗੱਲ ਕਰਾਂਗੇ ਜੀ ਹੋਸਟਲਾਂ ਦੇ ਵਿੱਚ ਫਿਟਨੈਸ ਦੀ ਪ੍ਰੋਬਲਮ ਜਿਮ ਦੀ ਜਿਮਨੇਜ਼ੀਅਮ ਦੀ ਪ੍ਰੋਬਲਮ ਹੈਗੀ ਆ ਉਹਦੇ ਉੱਤੇ ਵਰਕ ਹੋ ਰਿਹਾ ਜੀ ਇੱਕ ਮਿੰਟ ਮੈਂ ਤੁਹਾਡੇ ਤੋਂ ਹੋ ਗਈ ਦਿੱਤੀ ਆ ਤੇ ਕਿੱਥੇ ਆ ਸ਼ੋਅ ਤਾਂ ਕਰੋ आपसे मेंटेन क्यों नहीं की ਜੀ ਕਰ ਰਹੇ ਆ ਜੀ ਅਸੀਂ ਤਾਂ ਨਵੀਂ ਲੈ ਕੇ ਆ ਰਹੇ ਹਾਂ ਅਸੀਂ ਤਾਂ ਅਗਲੇ ਲੈ ਕੇ ਆ ਰਹੇ ਹਾਂ ਜੀ पढ़ने दो इनको ਅਸੀਂ ਤਾਂ ਅਗਲਾ ਲੈ ਕੇ ਆ ਰਹੇ ਹਾਂ ਜੀ मैनिफेस्टो ਅਸੀਂ ਤਾਂ ਅਗਲਾ ਲੈ ਕੇ ਆ ਰਹੇ ਹਾਂ ਜੀ ਅਸੀਂ ਤਾਂ ਅਗਲਾ ਲੈ ਕੇ ਆ ਰਹੇ ਹਾਂ ਜੀ मैनिफेस्टो पढ़ो ਕੁੜੀਆਂ ਦੇ ਹੋਸਟਲ ਦਾ ਪਾਣੀ ਦਾ ਮੁੱਦਾ ਜੀ ਪਿਛਲੇ ਸਾਲ ਬਹੁਤ ਪ੍ਰੋਬਲਮ ਆਈ ਜੀ काउंसिल ਅਸੀਂ में ਉੱਥੇ तभी आ रहा था तब भी ठीक ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਜੀ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਜੀ ਹੋਊਗੀ ਜੀ ਇਸ ਵਾਰੀ ਸੋਲਵ ਹੋਊਗੀ ਜੀ ਐਨੂਅਲ ਰਿਪੋਰਟ ਲਿਆਓ ਕੱਲੇ ਮੈਨੀਫੈਸਟੋ ਤੁਸੀਂ ਮੈਨੀਫੈਸਟੋ ਦੀ ਗੱਲ ਕਰ ਲੈਂਦੋ ਪਹਿਲਾਂ ਮੈਨੀਫੈਸਟੋ ਦੀ ਮੈਨੀਫੈਸਟੋ ਦੱਸ ਦਿਓ ਮੈਨੀਫੈਸਟੋ ਹਾਂਜੀ वही तो बात है फिर खत्म हो गया ਆ ਮੈਂ ਗਿਣਾ ਰਿਹਾ ਜੀ ਆਵੇ ਈ ਰਿਕਸ਼ਾ ਦੀ ਪ੍ਰੋਬਲਮ ਹੈ ਕਨੈਕਟੀਵਿਟੀ ਇਸ਼ੂ ਆਉਂਦਾ ਜੀ पिछली बार का भी मैनिफेस्टो में था नया लाओ ਬੋਲਣ ਤਾਂ ਦਿਓ ਆਪ ਲਊਗਾ ਪਹਿਲਾਂ ਮੈਨੀਫੈਸਟੋ ਕਰ ਲਿਓ ਤੁਹਾਡਾ ਵੀ ਪੁੱਛੂੰਗਾ ਪਹਿਲਾਂ ਕਰ ਔਰ ਕਿੱਥੇ ਕਨੈਕਟੀਵਿਟੀ ਰਾਤ ਨੂੰ ਕੋਈ ਰਿਕਸ਼ਾ ਮੈਂ ਤੁਹਾਡੇ ਤੋਂ ਜਵਾਬ ਲਊਂਗਾ 1 ਮਿੰਟ ਦੇ ਦਿਓ ਜੋ ਸਟੈਂਡ ਰਾਤ ਤੁਸੀਂ ਕਿਉਂ ਨਹੀਂ ਚਲਵਾਏ ਕਰਾ ਰਹੇ ਆ ਹੋਊਗਾ ਮਸਲੇ ਹੱਲ ਹੋਣਗੇ ਮਸਲੇ ਹੱਲ ਜੀ ਹੋਣਗੇ ਮਸਲੇ ਹੱਲ ਜੀ ਸਾਰੀਆਂ ਚੀਜ਼ਾਂ ਹੋਣਗੀਆਂ ਜੇ ਪਿਛਲੀ ਵਾਰੀ ਮੈਨੀਫੈਸਟੋ ਪੂਰਾ ਹੋ ਗਿਆ ਮੈਨੀਫੈਸਟੋ ਪੂਰਾ ਅੱਗੇ ਮੁੱਦੇ ਆ ਗਏ ਜੀ PhD ਸਕਾਲਰਾਂ ਦੇ ਮੁੱਦੇ ਨੇ ਜਿੱਦਾਂ ਈਮੇਲ ਦਾ ਬਹੁਤ ਵੱਡਾ ਇਸ਼ੂ ਆ ਮੈਂ PhD ਸਕਾਲਰ ਆ ਜਦੋਂ ਵੀ ਅਸੀਂ ਪਬਲੀਕੇਸ਼ਨ ਭੇਜਣੀ ਹੁੰਦੀ ਆ ਮੈਂ ਆਪਣੀ ਈਮੇਲ ਆਈਡੀ ਤੋਂ ਭੇਜਦਾ ਕਦੀ ਪਬਲੀਕੇਸ਼ਨ ਐਕਸੈप्ट ਨਹੀਂ एक साल ਹੁੰਦੀ में आपको याद क्यों नहीं है पिछले बीवीपी ਉਹ ਐਤਕੀ ਮੁੱਦੇ ਪਾਏ ਨੇ ਜੀ इशू बट 1 ਮਿੰਟ इसको पहले मैनिफेस्टो पढ़ लो ਪਿਛਲੀ ਵਾਰੀ ਜਿਹੜੇ ਮੁੱਦੇ ਰੱਖੇ ਸੋਲਵ ਹੋ ਗਏ ਜੀ ਉਹ ਪ੍ਰੋਬਲਮ ਆਂਦੀ ਹੈ ਜੀ ਈਮੇਲ ਆਈਡੀ ਦਵਾਂਗੇ ਪੀਓ ਦੇ ਨਾਮ ਦੇ ਉੱਤੇ ਤਾਂ ਜੋ ਪਬਲੀਕੇਸ਼ਨ ਦੇ ਵਿੱਚ ਪ੍ਰੋਬਲਮ ਨਾ ਆਵੇ ਅਗਲਾ ਮੁੱਦਾ ਹੈਗਾ ਜੀ ਪੀਓ ਦੇ ਵਿੱਚ ਡਿਸਪੈਂਸਰੀਆਂ ਦੀ ਪ੍ਰੋਬਲਮ ਹੈਗੀ ਆ ਡਿਸਪੈਂਸਰੀ ਦਾ ਟਾਈਮ ਜਿਹੜਾ ਘੱਟ ਆ ਉਹਨੂੰ ਟਾਈਮ ਨੂੰ ਵਧਾਵਾਂਗੇ ਜੀ ਹੋਸਟਲਾਂ ਦੇ ਵਿੱਚ ਸਾਫ਼ ਸਫਾਈ ਦੀ ਪ੍ਰੋਬਲਮ ਜਿਹਨੇ ਜਿਮ ਦੀ ਪ੍ਰੋਬਲਮ ਆ ਉਹਦੇ ਉੱਤੇ ਮੁੱਦਿਆਂ ਦੇ ਉੱਤੇ ਗੱਲ ਕਰਾਂਗੇ ਜੀ ਤੁਸੀਂ ਮੈਨੀਫੈਸਟੋ ਸੁਣ ਲਿਆ ਸੋਈ ਵਾਲੇ ਜ਼ਿਆਦਾ ਤੇਜ਼ ਨੇਗੇ ਮੈਨੀਫੈਸਟੋ ਸੁਣ ਲਿਆ ਹੁਣ ਆਰਾਮ ਨਾਲ ਦਾ ਜਵਾਬ ਦੇ ਠੀਕ ਹੈ ਜਿਹੜੀ ਈ ਰਿਕਸ਼ੇ ਦੀ ਗੱਲ ਕਰਦੇ ਆ ਜੀ 2019 ਚ ਸੋਈ ਨੇ ਦਿੱਤੇ ਠੀਕ ਹੈ ਜੀ ਜਿਹੜੀ ਇਹ ਗੱਲ ਕਰਦੇ ਆ ਕਨੈਕਟੀਵਿਟੀ ਦੀ ਆ ਇੱਧਰ ਦਾ ਆ ਜਿਹੜੀ ਰੋਡ ਆ ਨਾ 2016 ਚ ਸੋਈ ਨੇ ਖਲਾਈ ਸੀ ਵਿੱਚੋਂ ਰੋਡ ਧਰਨਾ ਲਾ ਕੇ ਠੀਕ ਹੈ ਜੀ ਹੋਰ ਜਿਹੜੀ ਇਹ ਗੱਲ ਕਰਦੇ ਆ ਪਾਣੀਆਂ ਦੀ ਉਹ ਪਾਣੀ ਦਾ ਜਿਹੜਾ ਇਹਨਾਂ ਦੀ ਕੌਂਸਲ ਰਹੀ ਹੈ ਜੀ ਪਿਛਲੀ ਵਾਰ 2000 ਇਹਨਾਂ ਦੀ ਲੈ ਲੈਂਦੋ ਤੁਹਾਡਾ ਮੈਨੀਫੈਸਟੋ ਪੂਰਾ ਸੁਣਾਤਾ ਮੈਂ ਇਹ ਕੌਂਸਲ ਜੇ ਪ੍ਰਧਾਨ ਬਣ ਕੇ ਵੀ ਇਹਨਾਂ ਨੂੰ ਧਰਨੇ ਲਾਉਣੇ ਪੈ ਜਾਣ ਫਿਰ ਇਹ ਸਰਕਾਰ ਹੀ ਕਾਦੀ ਇਹਨਾਂ ਦੀ ਫਿਰ ਇਹਨਾਂ ਦੀ ਕੌਂਸਲ ਕਾਦੀ ਫਿਰ ਤਾਂ ਨਕਮਾ ਪ੍ਰਧਾਨ ਹੋਇਆ ਉਹ ਚਲੋ ਹੁਣ ਮੈਨੀਫੈਸਟੋ ਤੁਸੀਂ ਆਪਣਾ ਦੱਸ ਦਿਓ ਸੋਈ ਦਾ ਮੈਨੀਫੈਸਟੋ ਦੱਸ ਦਿਓ ਸੋਈ ਦਾ ਮੈਨੀਫੈਸਟੋ ਕੀ ਹੈ ਸੋਈ ਦਾ ਮੈਨੀਫੈਸਟੋ ਇਹ ਹੈ ਜੀ ਸਾਡਾ ਸਭ ਤੋਂ ਮੁੱਖ ਏਜੰਡਾ ਜਿਹੜੀ ਇੱਥੇ ਕੈਰੀਅਰ ਕਾਉਂਸਲਿੰਗ ਦੀ ਸਭ ਤੋਂ ਬੜੀ ਗੱਲ ਹੈ ਜੀ ਕੈਰੀਅਰ ਕਾਉਂਸਲਿੰਗ ਜਿਵੇਂ ਆਪਾਂ ਬਾਹਰ ਜਾਂਦੇ ਆ ਜੀ ਆਪਣੇ ਨੈਟ ਦੇ ਪੇਪਰ ਦੀ ਤਿਆਰੀ ਕਰਨ IPS ਪੇਪਰਾਂ ਦੀ ਤਿਆਰੀ ਕਰਨ ਉਹ ਯੂਨੀਵਰਸਿਟੀ ਦੇ ਵਿੱਚ ਇੱਥੇ ਹੈਗਾ ਉਹਦੀ ਫੀਸ ਵੀ ਘਟਾਵਾਂਗੇ ਤੇ ਉਹਨੂੰ ਫ੍ਰੀ ਹੋਰ ਵੱਧ ਕੇ ਤੇ ਦੂਜਾ ਮੁੱਦਾ ਜੀ ਬੁੱਕ ਫੇਅਰ ਦਾ ਬੁੱਕ ਫੇਅਰ ਐਡੀਸ਼ਨ ਅਸੀਂ ਇੱਥੇ ਕਰਾਵਾਂਗੇ ਜਿਹੜੀ ਆਪਣੀ ਲਾਇਬ੍ਰੇਰੀ ਹੈ ਨਾ ਜੀ ਇਹਦੇ 'ਚ ਬਹੁਤ ਮਤਲਬ ਪੁਰਾਣੇ ਐਡੀਸ਼ਨ ਦੀਆਂ ਬੁੱਕ ਹੈ ਨਵੇਂ ਐਡੀਸ਼ਨ ਦੀਆਂ ਜਿਵੇਂ ਰੈਗੂਲਰ ਆਉਂਦੀਆਂ ਨਹੀਂ ਹੈਗੀਆਂ ਉਹ ਬੁੱਕ ਫੇਅਰ ਹਰ ਇੱਕ ਸਾਲ ਹੋਇਆ ਕਰੂਗਾ ਜਿਵੇਂ ਹੋਰ ਯੂਨੀਵਰਸਿਟੀਆਂ 'ਚ ਹੁੰਦਾ ਐਵੇਂ ਹੋਰ ਬੜੇ ਮੁੱਦੇ ਯੂਨੀਵਰਸਿਟੀ ਦੇ ਜਿਵੇਂ ਟਰਾਂਸਪੋਰਟੇਸ਼ਨ ਦਾ ਜੀ ਇੱਥੇ ਮੰਨ ਲਓ UIT ਡਿਪਾਰਟਮੈਂਟ ਹੈ ਇੱਥੇ ਮੋਸਟਲੀ ਜਿਹੜੇ ਬੱਚੇ ਆ ਨਾ ਬਿਹਾਰ UP ਦੇ ਪੜ੍ਹਦੇ ਆ ਉਹਨਾਂ ਲਈ ਸਾਡੀ ਜਿਹੜੀ ਰਿਕੁਐਸਟ ਹੈ ਨਿਤਿਨ ਗਡਕਰੀ ਜੀ ਨੂੰ ਆਪਾਂ ਐਪਲੀਕੇਸ਼ਨ ਲੈ ਕੇ ਯੂਨੀਵਰਸਿਟੀ ਅਥਾਰਟੀ ਨੂੰ ਨਾਲ ਲੈ ਕੇ ਇਹ ਕੰਮ ਮੁੱਖ ਦੇ ਆਧਾਰ ਤੇ ਕਰਾਵਾਂਗੇ ਕਿ ਜਿਹੜਾ UP ਬਿਹਾਰ ਦਾ ਬੱਚਾ ਉਹਨੇ ਟਰੈਵਲ ਕਰਨਾ ਨਾ ਜੀ ਯੂਨੀਵਰਸਿਟੀ ਦਾ ਆਈ ਕਾਰਡ ਦਿਖਾ ਕੇ ਉਸ ਨੂੰ ਜਿਹੜਾ ਕਿਰਾਇਆ ਉਹ 50% ਦੇਣਾ ਪਊਗਾ ਮੈਨੀਫੈਸਟੋ ਪੂਰਾ ਹੋ ਗਿਆ ਤੁਹਾਡਾ ਨਹੀਂ ਹੋਰ ਬੜੇ ਮੁੱਦੇ ਆ
ਮੈਨੀਫੈਸਟੋ ਦੇ ਵਿੱਚ ਸਟੂਡੈਂਟ ਵੈਲਫੇਅਰ ਲਈ ਜਿਵੇਂ ਹੋਸਟਲਾਂ ਦਾ ਬਹੁਤ ਵੱਡਾ ਮੁੱਦਾ ਹੈ ਜੀ। ਹੋਸਟਲਾਂ 'ਚ ਕੀ ਹੈ, ਪਾਣੀ ਦੀ ਬਹੁਤ ਦਿੱਕਤ ਹੈ। ਆ ਸ਼ਟਲ ਬੱਸ ਸਰਵਿਸ ਹੈ ਜਿਹੜੀ, ਇਹਨੂੰ ਆਪਾਂ ਜਿਮਨਾਜ਼ੀਅਮ ਰੂਮ ਹੈ ਜਿਹੜੇ, ਉਹਨਾਂ ਨੂੰ ਵੀ ਜਿਹੜੇ ਕੰਮ ਆਪਾਂ 19 ਚ ਕਰਾਏ ਸਭ ਨੂੰ ਉਹਨਾਂ ਨੂੰ ਰੀਵੈਲੂਏਸ਼ਨ ਕਰਾਉਣਾ, ਜਿਵੇਂ ਉਹਨਾਂ ਨੂੰ ਫੇਰ ਤੋਂ ਰਿਪੇਅਰ ਕਰਾਉਣੀ ਉਹਨਾਂ ਸਾਰਿਆਂ ਦੀ। ਤੇ ਲਿੰਕ ਇੱਧਰ ਤੇ ਉੱਧਰ ਦਾ ਇੱਕ ਜਿਹੜੀ ਆਪਾਂ ਬੱਸ ਪੱਕੀ ਲਾਵਾਂਗੇ, ਘੰਟੇ ਬਾਅਦ ਚੱਲਿਆ ਕਰੂਗੀ। ਕਹਿੰਦਾ ਸਾਡਾ ਕਾਪੀ ਮਾਰ ਲਾ। ਉਹ ਅਸੀਂ ਤਾਂ ਦਿੱਤਾ ਸੀ ਅੱਗੇ, ਸਾਂਭਿਆ ਨਹੀਂ ਪਿਛਲੇ ਸਾਰਾ ਕੁਝ ਨਾ ਸਾਂਭਿਆ ਨਹੀਂ। ਸਾਰਾ ਕੁਝ ਅਸੀਂ ਇਹ ਕਰਾਇਆ ਹੋਇਆ ਆਲਰੇਡੀ। ਜਿਵੇਂ ਈ ਰਿਕਸ਼ੇ ਦੀ ਗੱਲ ਕਰ ਲਈਏ ਨਾ, ਈ ਰਿਕਸ਼ੇ ਦੀ ਜਿਹੜੀ ਗੱਲ ਕਰ ਲਈਏ, ਉਹ ਈ ਰਿਕਸ਼ੇ ਅਸੀਂ 2019 ਚ ਚਲਾਏ ਸੀ। 15 ਤੇ 19 ਦਾ ਮੈਨੀਫੈਸਟੋ 2015 ਤੇ 19 ਦਾ ਸਾਡਾ ਉਦੋਂ ਚਲਾਏ ਸੀ। ਤੇ ਉਹਨਾਂ ਨੂੰ ਆਪਾਂ ਹੋਰ ਇਹਨਾਂ ਦੀ ਕੌਂਸਲ ਰਹੀ, ਨਿਕੰਮੀ ਕੌਂਸਲ ਸੀ। ਇਹਨਾਂ ਦੇ ਜਿਹੜੇ ਪ੍ਰਧਾਨ ਸੀ ਨਾ, ਗੁਜਰਾਤ ਇਲੈਕਸ਼ਨ ਚੋਰ ਏ, ਹਿਮਾਚਲ ਇਲੈਕਸ਼ਨ ਚੋਰ ਏ, ਇੱਥੇ ਜਿੱਥੇ ਕਿਤੇ ਵੀ ਯੂਨੀਵਰਸਿਟੀ ਦੇ ਵਿੱਚ ਆਇਆ 95% ਮੈਨੀਫੈਸਟੋ ਲੈ ਕੇ ਤੁਹਾਡੇ ਸਾਹਮਣੇ नोटिफिकेशन लेके आए नहीं। 95% का 5%, 18 पॉइंट थे मैनिफेस्टो में, 11 पॉइंट ऐसे हैं जिनके ऊपर इनका काम नहीं हुआ। परसेंटेज निकाल लीजिए, 40% के आसपास भी ये कंप्लीट नहीं कर पाए। 33% से कम पे फेल होता है, फेल है, जमा फेल है। ਦੇਖੋ ਜੀ, ਸਾਫ ਸਫਾਈ ਦੀ ਤੇ ਸੈਂਟਰ ਤੇ ਜਿਹੜੇ ਆ ਛਤਰੀਆਂ ਲੱਗੀਆਂ, ਉਹ ਸਭ ਤਾਂ ਉਹ ਸਾਰੀ ਜਿਹੜੀ ਸਾਫ ਸਫਾਈ ਤੇ ਉਹ ਸਾਰੇ ਜਿਹੜੇ ਉਹ ਲੱਗੇ ਨਾਇਕ ਦੀ ਟੀਮ ਆਉਣ ਕਰਕੇ ਲੱਗੇ ਸੀ। ਨਾਇਕ ਦੀ ਟੀਮ ਨੇ ਯੂਨੀਵਰਸਿਟੀ ਨੂੰ ਆਉਣਾ। ਸਾਨੂੰ ਮੈਂ ਤੁਹਾਨੂੰ ਸਾਰੇ ਵਿਦਿਆਰਥੀਆਂ ਨੂੰ ਵਧਾਈ ਵੀ ਦੇਣਾ ਚਾਹੁੰਦਾ। ਵਧਾਈ ਪ੍ਰਧਾਨ ਨੇ ਬਹੁਤ ਕੰਮ ਕੀਤਾ ਗੁਜਰਾਤ ਤੇ ਹਿਮਾਚਲ ਦੀ ਇਲੈਕਸ਼ਨ 'ਚ। ਇੱਥੇ ਨਹੀਂ ਉਹਨੂੰ ਦਿਖਿਆ ਉੱਤੇ ਪ੍ਰਧਾਨ ਦੇ ਬੜੇ ਇਲਜ਼ਾਮ ਰਹੇ ਨੇ ਤੁਹਾਡੇ ਪ੍ਰਧਾਨ ਕੀ ਤੁਹਾਡੀ ਯੂਨੀਵਰਸਿਟੀ ਇਸ ਵਾਰ ਜਿਹੜਾ ਪ੍ਰਧਾਨ ਚੁਣਿਆ ਹੈਗਾ ਉਹ ਇੱਥੇ ਰਹੂ। चेतन चौधरी जी भी बलाचौर गए थे शायद, चेतन चौधरी जी भी बलाचौर घूमते रहे। पूछ लीजिए क्या वो स्टूडेंट प्रेसिडेंट स्टूडेंट के थे, या गुजरात के लोगों के थे, या हरियाणा के लोगों के थे, या हिमाचल के लोगों के थे? वो थे पंजाब यूनिवर्सिटी के स्टूडेंट्स के प्रेसिडेंट, लेकिन वो स्टूडेंट्स के बीच में ही मौजूद नहीं रहे, इसलिए स्टूडेंट्स उनको नकार के बाहर फेंके। ਸਾਡਾ ਪ੍ਰਧਾਨ ਸਾਰਾ ਸਾਰ ਕੌਂਸਲ ਚ ਰਿਹਾ ਜੀ, ਇੱਥੇ ਜੀ ਕੰਮ ਕਰ ਰਿਹਾ ਜੀ ਯੂਆਈਟੀ ਦੇ ਵਿੱਚ ਡਿਬੇਟ ਹੋ ਰਹੀ, ਮੈਂ ਰਿਪਰੈਜ਼ੈਂਟ ਕਰ ਰਿਹਾ, ਇਸ ਕਰਕੇ ਮੈਂ ਇੱਥੇ ਆ। ਉਹ ਲਾਅ ਦੇ ਵਿੱਚ ਆਪਣਾ ਕੰਮ ਕਰ ਰਿਹਾ ਜੀ ਲਾਅ ਦੇ ਵਿੱਚ। ਇਸ ਹਿਸਾਬ ਨਾਲ ਚੇਤਨ ਚੌਧਰੀ ਕਿੱਥੇ ਆ? प्रधान का इंस्टाग्राम हैंडल चेक करो। आज भगवंत मान जी से मिलना हुआ, आज राघव चड्डा जी से मिलना हुआ। एक भी ऐसी एक्टिविटी बता दो कि स्टूडेंट वेलफेयर के लिए की। ਕਮਲੇ ਮਿਲ ਸਕਦੇ ਅਗਲੇ ਗ੍ਰਾਂਟ ਲੈਣੀ कमल ही है ही नहीं। आज हिमाचल से एमएलए की वोट मंगी, आज गुजरात से एमएलए की वोट मंगी, और तो कुछ है ही नहीं। 2015 ਚ ਕੌਂਸਲ ਸੀ, ਤੁਹਾਡੀ ਸਰਕਾਰ ਸੀ, ਪੰਜਾਬ ਸਰਕਾਰ ਦੇ ਵਿੱਚ ਤੁਸੀਂ ਬ੍ਰਿਜ ਬਣ ਜਾਂਦੇ, ਤੁਸੀਂ ਹੋਸਟਲ ਲੈ ਆਉਂਦੇ, ਤੁਸੀਂ ਕੰਮ ਕਰ ਲੈਂਦੇ, ਸ਼ਾਇਦ ਪਾਰਟੀ 1300 ਦੇ ਨਾਲ ਸਿਮਟਦੀ। ਅਸੀਂ ਜਿੰਨੇ ਵਾਅਦੇ ਕੀਤੇ ਸੀ ਨਾ ਉੱਤੇ ਪੂਰੇ ਉਤਰੇ। ਅਸੀਂ ਕੋਈ ਝੂਠੇ ਵਾਅਦੇ ਕਰਕੇ ਇੱਕ ਸੜਕ ਤੇ ਪੈਚ ਲਾ ਕੇ ਉਦਘਾਟਨ ਕਰਨ ਵਾਲੀ ਪਾਰਟੀ ਨਹੀਂ। ਇੰਨੀ ਪੱਥਰ ਸੜਕ ਦੇ ਪੈਂਚਰਾਂ ਦਾ ਵੀ ਰੱਖ ਦਿੰਦੇ ਆ। ਅਸੀਂ ਜਿੰਨਾ ਕੁਝ ਕਹਿੰਦੇ ਆ ਉਹਨਾਂ ਕੁਝ ਹੁਣ ਕੰਮ ਨਹੀਂ ਗਿਣਾਉਣੇ ਤੁਹਾਨੂੰ। ਮੈਂ ਲਾਸਟ ਗੱਲ ਕਹਿ ਦਿੰਦਾ ਜੀ, ਗੱਲ ਕਹਿ ਰਹੇ ਨੇ, ਕਹਿੰਦੇ ਮੁੱਕ ਗਿਆ ਜੀ, ਗੱਲ ਖਤਮ ਕਰਦੇ ਆ। ਮੈਂ ਸਾਰੇ ਸਟੂਡੈਂਟਾਂ ਨੂੰ ਤੇ ਇਹਨਾਂ ਲੀਡਰਾਂ ਨੂੰ ਵੀ ਕਹਿਣਾ, ਜੇ ਕੰਮ ਕੀਤਾ ਤਾਂ ਸਟੂਡੈਂਟ ਸਾਨੂੰ ਵੋਟ ਪਾ ਦੇਣਗੇ। 6 ਤਰੀਕ ਨੂੰ ਜਿੱਤ ਦਾ ਝੰਡਾ ਲਹਿਰਾਵਾਂਗੇ, ਨਹੀਂ ਕੰਮ ਕੀਤਾ ਤਾਂ ਵੋਟ ਨਾ ਪਾਉਣ। ਖਾਲੀ ਪੀਪੇ ਲੈ ਜਾਓ ਫਿਰ। 12 ਵਜੇ ਚੱਲ ਜਾਣਾ। ਤਾਂ ਬਿਲਕੁਲ ਮਸਲਿਆਂ ਦੀ ਗੱਲ ਹੈ ਔਰ ਪਾਰਟੀ ਲਗਾਤਾਰ ਪ੍ਰਚਾਰ ਚੱਲ ਰਿਹਾ ਔਰ ਮਸਲਿਆਂ ਦੇ ਮੁੱਦਿਆਂ ਦੇ ਤੇ ਮੌਜੂਦਾ ਜਿਹੜਾ ਪ੍ਰਧਾਨ ਸੀ ਉਸ ਨੂੰ ਲੈ ਕੇ ਸਵਾਲ ਜਵਾਬ ਹੋਏ ਨੇ। ਆਪਣੀ ਤਰਕਾਂ ਪੇਸ਼ ਕੀਤੀਆਂ ਨੇ, ਭਾਵੇਂ ਉਹ NSUI ਹੋਵੇ। ਹਾਲਾਂਕਿ NSUI ਨੂੰ ਸੱਦਾ ਦਿੱਤਾ ਸੀ ਲੇਕਿਨ ਉਹ ਨਹੀਂ ਪਹੁੰਚੇ, ਹੋਰ ਪਾਰਟੀਆਂ ਨੂੰ ਸੱਦਾ ਦਿੱਤਾ ਸੀ ਉਹ ਨਹੀਂ ਪਹੁੰਚੇ। ਜਿਹੜੀਆਂ ਪਾਰਟੀਆਂ ਦੇ ਨਾਲ ਗੱਲ ਕਰ ਸਕੇ, ਜੋ ਸੱਤਾ ਦੇ ਵਿੱਚ ਰਹੀਆਂ ਨੇ, ਉਹਨਾਂ ਦੇ ਨਾਲ ਸਿੱਧੇ ਤੌਰ ਤੇ ਸਵਾਲ ਜਵਾਬ ਕੀਤੇ ਗਏ ਨੇ। ਹੁਣ 6 ਤਰੀਕ ਨੂੰ ਜਦੋਂ ਚੋਣ ਹੋਣੇ ਨੇ, ਨਤੀਜੇ ਆਉਣੇ ਨੇ, ਉਸ ਸਮੇਂ ਕਿਸ ਤਰੀਕੇ ਦੇ ਰੁਝਾਨ ਹੋਣਗੇ, ਕਿਹੜੇ ਪਾਸੇ ਜਾਂਦੇ ਨੇ, ਕਿਹੜੇ ਮੈਨੀਫੈਸਟੋ ਤੇ ਮੋਹਰਾਂ ਲੱਗਦੀਆਂ ਨੇ, ਕਿਉਂਕਿ ਕਾਫੀ ਕਹਿੰਦੇ ਨੇ ਕਿ ਨੋਟੀਫਿਕੇਸ਼ਨ ਕੀਤਾ। CYSS ਦਾ ਇਹ ਦਾਵਾ ਹੈ ਕਿ 95% ਮੈਨੀਫੈਸਟੋ ਪੂਰਾ ਕੀਤਾ ਔਰ ਅਗਲੀ ਵਾਰ ਦਾ ਏਜੰਡਾ ਸਟੂਡੈਂਟਾਂ ਦੇ ਵਿੱਚੋਂ ਕੱਢ ਕੇ ਲੈ ਕੇ ਆਏ ਨੇ। ਹੁਣ ਪੁਰਾਣੀ ਪਾਰਟੀ ਨੂੰ ਕਿ ਇੱਕ ਵਾਰ ਫਿਰ ਵੋਟਾਂ ਪੈਂਦੀਆਂ ਕਿ ਨਹੀਂ ਪੈਂਦੀਆਂ, ਇਸ ਦਾ ਇੰਤਜ਼ਾਰ 6 ਤਰੀਕ ਦਾ ਰਹੇਗਾ। ਕੈਮਰਾਮੈਨ ਰਵਿੰਦਰ ਦੇ ਨਾਲ ਦੰਪਤ ਸਿੰਘ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ।